700 ਦੇ ਕਰੀਬ ਬੱਚਾ ਉੱਥੇ ਬੈਠਾ ਰਿਹਾ। ਬਰੈਂਪਟਨ ਹੁੰਦੀ ਹੈ ਪਰ ਕੱਖ ਕਹਿੰਦੇ ਬਰੈਂਪਟਨ 'ਚ ਨਹੀਂ ਹੈਗਾ। ਕੈਨੇਡਾ ਨੂੰ ਬਰੈਂਪਟਨ ਮੰਨ ਲਿਆ, ਜਿਹੜੀ ਬਰੈਂਪਟਨ ਦੀ ਬਾਉਂਡਰੀਜ਼ ਆ ਲੋਕਾਂ ਨੂੰ ਇੱਥੇ ਇਹ ਲੱਗਦਾ ਵੀ ਉਹੀ ਕੈਨੇਡਾ। ਤਾਂ ਇਹ ਕਿ ਕੰਮ ਹੀ ਹੈ ਨਹੀਂ ਉੱਥੇ, ਰੁਲੇ ਫਿਰਦੇ ਸੜਕਾਂ ਦੇ ਉੱਤੇ ਜਵਾਕ। ਜਿਹੜੇ ਲਾਟ ਸਾਹਿਬ ਉੱਥੇ ਗਏ ਨੇ, ਇੱਥੇ ਤਾਂ ਹੁਣ ਆਵਾਜ਼ ਮਾਰਤੀ ਵੀ ਲਿਆਓ ਜੀ ਪਾਣੀ ਲਿਆਓ, ਰੋਟੀ ਲਾ ਦਿਓ ਜੀ, ਡਾਈਨਿੰਗ ਡਿਨਰ ਟੇਬਲ ਤੇ ਸਾਰਾ ਕੁਝ ਹੋ ਗਿਆ। ਉੱਥੇ ਜਾ ਕੇ ਜਦੋਂ ਆਪ ਕਰਨਾ ਪੈ ਰਿਹਾ ਫਿਰ ਉਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ। ਕੰਮ ਹੀ ਨਹੀਂ ਮਿਲਣਾ ਉੱਥੇ ਜਾ ਕੇ, ਪੈਸਾ ਨਹੀਂ ਕਮਾ ਸਕਣਾ, ਉਹ ਵੀ ਤਾਂ ਪ੍ਰੈਸ਼ਰ ਐਡ ਕਰ ਰਿਹਾ। ਸੁਸਾਈਡਸ ਕਿੰਨੇ ਹੋ ਰਹੇ ਆ। ਇੱਕ ਮਾਈਂਡਸੈਟ ਹੈ ਇੱਥੋਂ ਚੜ੍ਹਨ ਵੇਲੇ ਜਹਾਜ਼ ਵੀ ਬਸ ਕੈਨੇਡਾ ਜਾਣਾ ਹੈ ਅਸੀਂ, ਤਾਂ ਹੀ ਜ਼ਿਆਦਾਤਰ ਬਰੈਂਪਟਨ ਹੋਈ ਜਾਂਦਾ। ਅਸੀਂ ਮੇਨ ਪੰਜਾਬੀਆਂ ਨੇ ਮੁੱਦਾ ਇਹ ਬਣਾ ਲਿਆ ਵੀ ਬੱਚਾ ਕੈਨੇਡਾ ਪਹੁੰਚ ਗਿਆ, ਦੈਟ ਇਜ਼ ਦੀ ਐਂਡ ਆਫ ਦ ਸਟੋਰੀ। ਹੁਣ ਬੱਚਾ ਤੁਸੀਂ ਭੇਜਤਾ ਬਰੈਂਪਟਨ ਕਾਲਜ ਦੇ ਵਿੱਚ, ਸਕਿੱਲ ਉਹਨੂੰ ਆਉਂਦੀ ਨਹੀਂ, ਐਜੂਕੇਸ਼ਨ ਉਹਨੇ ਕਰਨੀ ਨਹੀਂ, ਤੇ ਕੱਲ੍ਹ ਨੂੰ ਬੱਚਾ ਤੁਹਾਡਾ ਕਰੂਗਾ। ਜੇ ਅੱਜ ਮੇਰਾ ਬੱਚਾ ਜਾਣਾ ਚਾਹੁੰਦਾ, ਉਹ ਬਰੈਂਪਟਨ ਨਹੀਂ ਜਾ ਰਿਹਾ, ਫਿਰ ਮੈਂ ਕਿੱਥੇ ਭੇਜਾਂ ਹੁਣ? ਤੁਸੀਂ ਅੱਜ ਆ ਕੇ ਤਾਂ ਦੇਖੋ ਬਰੈਂਪਟਨ ਦੇ ਵਿੱਚ ਹਾਲ ਕੀ ਹੈ। ਤੁਸੀਂ ਕੁੜੀਆਂ ਨੂੰ ਉੱਥੇ ਭੇਜ ਕੇ ਵੇਖੋ ਵੀ ਹਾਲ ਕੀ ਹੋ ਰਿਹਾ। ਇਹੀ ਜੇ ਕੁੜੀਆਂ ਤੁਹਾਡੀਆਂ ਛੋਟੇ ਸ਼ਹਿਰਾਂ 'ਚ ਜਾ ਰਹੀਆਂ ਨੇ, ਇੱਕ ਸੇਫ এনवायरमेंट ਆ ਉੱਥੇ। ਇੰਨਾ ਕੰਮ ਹੈ ਉੱਥੇ ਪੜ੍ਹਨ ਤੋਂ ਬਾਅਦ ਵੀ ਬੱਚੇ ਕੋਲੇ ਕਿ ਉਹ ਪਿੱਛੇ ਉਹਦੀਆਂ ਫੀਸਾਂ ਤਾਰ ਜਿਹੜੀਆਂ ਜਾਂ ਉਹਦਾ ਕਰਜ਼ੇ ਦੀ ਕਿਸ਼ਤ ਜਿਹੜੀ ਉਹ ਲਾ ਸਕੇ। ਇਹੀ ਜੇ ਬੱਚਾ ਬਰੈਂਪਟਨ ਜਾ ਰਿਹਾ, ਉਹ ਵਿਚਾਰਾ ਤਰਲੋ ਮੱਛੀ ਹੋਇਆ ਹੋਇਆ, ਕੰਮ ਨਹੀਂ ਮਿਲ ਰਿਹਾ। ਔਰ ਉੱਥੇ ਮੇਰੇ ਰਿਸ਼ਤੇਦਾਰ ਬੈਠੇ ਆ, ਬੱਚਾ ਜਾਊਗਾ ਸੁਖੀ ਹੈ, 4 ਦਿਨ ਉਹ ਆਪਦੇ ਘਰੇ ਰੱਖਦੇ ਆ, ਕੰਮ ਵੀ ਦਵਾ ਦਿੰਦੇ ਆ। ਇਹੀ ਰਿਸ਼ਤੇਦਾਰਾਂ ਨਾਲ 2 ਸਾਲ ਤੱਕ ਕਲੇਸ਼ ਪੈ ਜਾਂਦੇ ਨੇ, ਫਿਰ ਇੱਥੋਂ ਵਾਲੇ ਬੋਲਣੋਂ ਵੀ ਜਾਂਦੇ ਨੇ। ਬੱਚੇ ਡਿਪਰੈਸ਼ਨ 'ਚ ਨੇ ਕਿ ਜਿਹੜੇ ਰਿਲੇਟਿਵਸ ਦੇ ਕੋਲ ਆਏ ਸੀਗੇ ਉਹ ਨਾਲ ਤਾਂ ਘਰ ਦਾ ਕੰਮ ਕਰਵਾ ਰਹੇ ਨੇ, ਨਾਲੇ ਹੋਰ ਕਰ ਰਹੇ ਨੇ, ਨਾਲੇ ਉਹਨਾਂ ਨੂੰ ਫਰੀडम ਨਹੀਂ ਦੇ ਰਹੇ ਬੱਚਿਆਂ ਨੂੰ। ਪੜ੍ਹਾਈ ਦੇ ਮਾਈਂਡਸੈਟ ਵਾਲੇ ਬੱਚੇ ਰਹਿ ਗਏ ਪੰਜਾਬ 'ਚ, ਤੁਹਾਨੂੰ ਲੱਗਦਾ? ਸਾਡੇ ਵਾਲੇ 12th ਨੂੰ ਹੀ ਮੰਨ ਗਏ ਵੀ 12th ਕਰ ਲਈ ਬਸ, ਦੈਟਸ ਦੀ ਐਂਡ ਆਫ ਦ ਸਟੋਰੀ। ਇੱਕ ਜਿਹੜਾ ਇਹ ਹੁੰਦਾ ਨਾ ਪੰਜਾਬੀਆਂ ਦੀ ਮੈਂਟੈਲਿਟੀ ਕਿ ਦੇਖ ਲਾਂਗੇ, ਦੇਖੀ ਜਾਊਗਾ, ਇੱਕ ਵਾਰ ਜਵਾਕ ਨੂੰ ਪਹੁੰਚਦਾ ਕਰ ਦਈਏ, ਬਾਅਦ 'ਚ ਦੇਖਾਂਗੇ, PR ਤਾਂ ਹੋਏ ਜਾਊਗਾ। PR ਮੈਂ ਕਹਿ ਰਿਹਾ ਕਿ ਕੈਨੇਡਾ ਦੀ ਮੁਸ਼ਕਿਲ ਹੋ ਰਹੀ ਹੈ, ਬਰੈਂਪਟਨ 'ਚ ਔਖੀ ਹੈ, ਸਾਰੇ ਕਿਤੇ ਬਹੁਤ ਜਗ੍ਹਾ ਤੇ ਔਖੀ ਹੋ ਰਹੀ ਹੈ, ਕਿਉਂਕਿ ਨੰਬਰ ਆਫ ਜਿਹੜੇ ਸਟੂਡੈਂਟਸ ਉੱਤੇ ਪਹੁੰਚ ਗਏ ਨੇ ਤੇ ਜਿਹੜਾ ਨੰਬਰ PR ਦਾ ਹੈ ਉਹਦੇ ਵਿੱਚ ਬਹੁਤ ਵੱਡਾ ਮਿਸਮੈਚ ਹੈ। 700 ਦੇ ਕਰੀਬ ਬੱਚਾ ਉੱਥੇ ਬੈਠਾ ਰਿਹਾ। ਬਰੈਂਪਟਨ ਹੁੰਦੀ ਹੈ ਪਰ ਕੱਖ ਕਹਿੰਦੇ ਬਰੈਂਪਟਨ 'ਚ ਨਹੀਂ ਹੈਗਾ। ਕਿਉਂ ਇੱਥੋਂ ਬਰੈਂਪਟਨ ਲੋਕ ਜਾ ਰਹੇ ਹੈ? ਇਹਦਾ ਕਿਤੇ ਨਾ ਕਿਤੇ ਕਾਰਨ ਇਹ ਆ ਵੀ ਕੈਨੇਡਾ ਨੂੰ ਬਰੈਂਪਟਨ ਮੰਨ ਲਿਆ, ਜਿਹੜੀ ਬਰੈਂਪਟਨ ਦੀ ਬਾਉਂਡਰੀਜ਼ ਆ ਲੋਕਾਂ ਨੂੰ ਇੱਥੇ ਇਹ ਲੱਗਦਾ ਵੀ ਉਹੀ ਕੈਨੇਡਾ, ਉਸ ਤੋਂ ਬਾਹਰ ਕੈਨੇਡਾ ਨਹੀਂ ਹੈਗਾ। ਕਿਸੇ ਟਾਈਮ ਦੇ ਵਿੱਚ ਜਦੋਂ ਲੈਂਗੁਏਜ ਇਸ਼ੂ ਸੀਗੇ, ਆਪਣੇ ਬਜ਼ੁਰਗ ਜਾਂਦੇ ਸੀ, ਉਹਨਾਂ ਨੂੰ ਬਰੈਂਪਟਨ ਦੇ ਵਿੱਚ ਇੱਕ ਥੋੜਾ ਜਿਹਾ ਕੰਫਰਟ ਲੈਵਲ ਮਿਲਦਾ ਸੀ। ਪਰ ਜੇ ਅਸੀਂ ਸਟੂਡੈਂਟਸ ਨੂੰ ਦੇਖੀਏ, ਇਹ ਤਾਂ ਦੇਖੋ ਇੱਥੋਂ ਆਇਲਸ ਦੇ ਕੇ ਜਾ ਰਹੇ ਨੇ, ਲੈਂਗੁਏਜ ਸਕਿੱਲਸ ਇਹਨਾਂ ਕੋਲ ਹੈਗੀਆਂ ਨੇ। ਫਿਰ ਅਸੀਂ ਆਪਣੇ ਆਪ ਨੂੰ ਕਿਉਂ ਰਿਸਟ੍ਰਿਕਟ ਕਰ ਲਿਆ ਬਰੈਂਪਟਨ ਦੇ ਲਈ, ਜਿੱਥੇ ਜੇ ਅੱਜ ਤੁਸੀਂ ਤੁਹਾਨੂੰ ਐਮਰਜੈਂਸੀ, ਰੱਬ ਨਾ ਕਰੇ ਐਮਰਜੈਂਸੀ ਹੋ ਜਾਵੇ, ਹਸਪੀਟਲ ਦਾ ਵੇਟ ਟਾਈਮ ਕਿੰਨਾ ਹੋਇਆ। ਇਨਫਰਾਸਟ੍ਰਕਚਰ ਤਾਂ ਬਰੈਂਪਟਨ ਦਾ ਉਹੀ ਆ ਨਾ, ਉਹ ਤਾਂ ਗਰੋ ਨਹੀਂ ਕਰਿਆ ਜਿੰਨੀ ਪੋਪੂਲੇਸ਼ਨ ਉੱਥੋਂ ਦੀ ਗਰੋਥ ਹੋ ਗਈ ਹੈ। ਅਗਰ ਤੁਸੀਂ ਕੈਨੇਡਾ ਦੇ ਬਾਹਰਲੇ ਸ਼ਹਿਰ 'ਚ ਦੇਖਦੇ ਹੋ, ਬਾਹਰਲੇ ਈਵਨ ਟਾਊਨਸ 'ਚ ਦੇਖਦੇ ਹੋ, ਉੱਥੇ ਕਿਤੇ ਜ਼ਿਆਦਾ ਬੈਟਰ ਓਪਰਚੁਨਿਟੀਜ਼ ਨੇ ਬਰੈਂਪਟਨ ਨਾਲੋਂ। ਬਟ ਅਫਸੋਸ ਕਿ ਜਿਹੜਾ ਬੰਦਾ ਪੰਜਾਬੀ ਪੰਜਾਬ ਤੋਂ ਮੂਵ ਹੋਣਾ ਚਾਹੁੰਦਾ, ਉਹਦੇ ਮਨ 'ਚ ਪਹਿਲੇ ਦਿਨ ਤੋਂ ਹੀ ਆ ਵੀ ਮੈਂ ਜਾਣਾ ਬਰੈਂਪਟਨ। ਬੰਦ ਸਾਹਿਬ, ਇਹ ਤਾਂ ਨਿਰੇ ਝੂਠ ਵਾਲੀ ਗੱਲ ਕਿ ਜਿੰਨੇ ਹੁਣ ਵੀਡੀਓਜ਼ ਦੇਖ ਰਹੇ ਆ, ਤਾਂ ਇਹ ਕਿ ਕੰਮ ਹੀ ਹੈ ਨਹੀਂ ਉੱਥੇ, ਰੁਲੇ ਫਿਰਦੇ ਸੜਕਾਂ ਦੇ ਉੱਤੇ ਜਵਾਕ। ਇਹਦੇ ਲਈ ਜਵਾਕ ਵੀ ਕੁਛ ਹੱਦ ਤੱਕ ਜ਼ਿੰਮੇਵਾਰ ਨੇ ਜੀ। ਜਦੋਂ ਬੱਚਾ ਉਰੋਂ ਜਾਂਦਾ 12th ਕਰਕੇ, ਉਹਦੇ ਕੋਲ ਕੋਈ ਆਪ ਦਾ ਸਕਿੱਲ ਲੈਵਲ ਉਹਨੇ ਡਿਵੈਲਪ ਨਹੀਂ ਕਰਿਆ ਹੁੰਦਾ। ਹੁਣ ਕੈਨੇਡਾ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਪੇਰੈਂਟਸ ਦਾ ਆਪ ਦਾ ਬਿਜ਼ਨਸ ਹੈ, ਉੱਥੇ ਕੈਨੇਡੀਅਨ ਕੁੜੀ ਵੈਲ ਸੈਟਲਡ ਪਰਿਵਾਰ ਦੀ, ਉਹ 14 ਸਾਲ ਦੀ ਸੀ ਜਦੋਂ ਕੰਮ ਤੇ ਲੱਗੀ ਗੈਸ ਸਟੇਸ਼ਨ ਤੇ। ਹੁਣ ਉਹਨੇ ਇਸ ਸਾਲ ਕਾਲਜ ਜਾਣਾ, ਸੋ 14 ਸਾਲ ਤੋਂ ਲੈ ਕੇ ਉਹਨੂੰ ਆਲਮੋਸਟ 3 ਸਾਲ ਹੋ ਗਏ ਉੱਥੇ ਕੰਮ ਕਰਦੀ ਨੂੰ। ਆਪਦੇ ਪੈਸਿਆਂ ਦੀ ਉਹਨੇ ਕਾਰ ਖਰੀਦੀ, ਆਪਦੀਆਂ ਸਕਿੱਲਸ ਅਪਗ੍ਰੇਡ ਕਰੀਆਂ। ਜਦ ਕਿ ਸਾਡੇ ਬੱਚਿਆਂ ਨੂੰ ਅਸੀਂ ਉਰੇ ਪ੍ਰੋਟੈਕਟ ਕਰਕੇ ਰੱਖਦੇ ਹਾਂ ਵੀ ਨਾ ਵੀ ਤੂੰ ਕੰਮ ਨਹੀਂ ਕਰਨਾ, ਤੇਰਾ ਫੋਕਸ ਹੀ ਸਾਰਾ ਦਿਨ ਪੜ੍ਹਾਈ ਆ। 12th ਤੱਕ ਅਸੀਂ ਉਹ ਪ੍ਰੋਟੈਕਸ਼ਨ ਰਹੀ। ਫਿਰ ਪੇਰੈਂਟਸ ਮੰਨਣ ਨੂੰ ਰੈਡੀ ਹੈ ਨਹੀਂ ਕਿ ਸਕਿੱਲ ਨਹੀਂ ਆਉਂਦੀ। ਹੁਣ ਉੱਥੇ ਕੁੜੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਿੰਪਲ ਕੁਕਿੰਗ ਨਹੀਂ ਆ ਰਹੀ, ਮੁੰਡੇ ਜਾ ਰਹੇ ਨੇ, ਕੁਕਿੰਗ ਨਹੀਂ ਆ ਰਹੀ। ਫਿਰ ਜਿਹੜੇ ਲਾਟ ਸਾਹਿਬ ਉੱਥੇ ਗਏ ਨੇ, ਇੱਥੇ ਤਾਂ ਹੁਣ ਆਵਾਜ਼ ਮਾਰਤੀ ਵੀ ਲਿਆਓ ਜੀ ਪਾਣੀ ਲਿਆਓ, ਰੋਟੀ ਲਾ ਦਿਓ ਜੀ, ਡਾਈਨਿੰਗ ਡਿਨਰ ਟੇਬਲ ਤੇ ਸਾਰਾ ਕੁਝ ਹੋ ਗਿਆ। ਉੱਥੇ ਜਾ ਕੇ ਜਦੋਂ ਆਪ ਕਰਨਾ ਪੈ ਰਿਹਾ, ਫਿਰ ਉਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ। ਟਾਈਮ ਮੈਨੇਜਮੈਂਟ ਦੀ ਅਸੀਂ ਕਦੇ ਪੜ੍ਹਾਈ ਨਹੀਂ ਕਰਾਈ। ਰਿਸਪੌਂਸਿਬਿਲਿਟੀ ਦੇਖੋ ਇੱਥੇ ਕੀ ਆ ਕਿ ਬੜਾ ਸਿਸਟਮ ਖਿੱਚਿਆ ਹੋਇਆ, ਪੇਰੈਂਟਸ ਦਾ ਪ੍ਰੈਸ਼ਰ ਹੈ, ਹਾਵਰਿੰਗ ਹੈ, ਸਾਰਾ ਕੁਝ ਹੈ।
ਉੱਥੇ ਜਾ ਕੇ ਬੱਚੇ ਨੂੰ ਲੱਗਦਾ ਕਿ ਮੈਨੂੰ ਤਾਂ ਫਰੀडम ਮਿਲ ਗਈ, ਮੈਂ ਕਿਸੇ ਨੂੰ ਜਵਾਬ ਦੇਣੀ ਹੈ। ਬਟ ਜਿਹੜੀ ਫਰੀडम ਦੇ ਨਾਲ ਰਿਸਪੌਂਸਿਬਿਲਿਟੀ ਚਾਹੀਦੀ ਸੀਗੀ ਉਹ ਕਦੇ ਬੱਚੇ ਨੂੰ ਸਿਖਾਈ ਹੀ ਨਹੀਂ ਗਈ। ਇੱਥੋਂ ਤਾਂ ਕਿਸੇ ਨੇ ਨਹੀਂ ਸਿਖਾਇਆ ਵੀ ਤੂੰ ਆਪਦੇ ਐਕਸ਼ਨਸ ਦੇ ਲਈ ਰਿਸਪੌਂਸਿਬਲ ਆ। ਹੁਣ ਅੱਜ ਦੀ ਡੇਟ 'ਚ 12th ਵਾਲਾ ਬੱਚਾ ਕੋਈ ਟ੍ਰੈਫਿਕ ਪੁਲਿਸ ਵਾਲਾ ਫੜ ਲਵੇ, ਉਹ ਰਾਈਟ ਵੇ ਆਪਦੇ ਫਾਦਰ ਨੂੰ ਫੋਨ ਲਾਉਂਦਾ ਵੀ ਡੈਡੀ ਜੀ ਨਾਲ ਕਰਿਓ ਗੱਲ। ਬਿਲਕੁਲ। ਉੱਥੇ ਤਾਂ ਡੈਡੀ ਜੀ ਨੇ ਗੱਲ ਨਹੀਂ ਕਰਨੀ ਨਾ। ਉੱਥੇ ਜਾ ਕੇ ਫਿਰ ਇਹਨੂੰ ਲੱਗਦਾ ਵੀ ਅਸੀਂ ਤਾਂ ਸਿਸਟਮ 'ਚ ਫਸ ਗਏ, ਵੀ ਇਹ ਤਾਂ ਉੱਥੇ ਫਿਰ ਇਹਨਾਂ ਨੂੰ ਸ਼ੌਕ ਲੱਗਦਾ, ਜਿਹੜਾ ਐਕਚੁਅਲ 'ਚ ਇਹਨਾਂ ਦਾ ਕਿ ਰਿਐਲਿਟੀ ਸ਼ੌਕ ਹੋ ਗਿਆ ਜੀ ਵੀ ਇਹ ਕੀ ਚੱਲ ਰਿਹਾ ਇੱਥੇ। ਹੁਣ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਸੀਗਾ, ਮੇਰੀ ਇੱਕ ਸੁਪਰ ਸਾਈਕੋਲੋਜੀ ਦੀ ਕਲਾਸ ਸੀਗੀ, 1200 ਬੱਚਾ ਇੱਕ ਟਾਈਮ ਤੇ ਉਹ ਕਲਾਸ ਲਾਉਂਦਾ ਸੀ। ਅਸੀਂ ਇੰਡੀਆ ਬੈਠ ਕੇ ਸੋਚ ਵੀ ਨਹੀਂ ਸਕਦੇ। ਉੱਥੇ ਤੁਹਾਡਾ ਹੈ ਕਿ ਤੁਸੀਂ ਕਲਾਸ ਲਾਉਣੀ ਹੈ, ਤੁਸੀਂ ਨਹੀਂ ਲਾਉਣੀ ਤੁਹਾਡੀ ਰਿਸਪੌਂਸਿਬਿਲਿਟੀ ਹੈ, ਤੇ ਕਲਾਸ ਬੱਚੇ ਮਿਸ ਨਹੀਂ ਕਰਦੇ ਸੀ, ਉਹ ਰਿਸਪੌਂਸਿਬਿਲਿਟੀ ਹੈ। ਪਰ ਆਰਥਿਕਤਾ ਵੀ ਵੱਡਾ ਸਵਾਲ ਹੈ ਨਾ। ਹੁਣ ਜਦੋਂ ਕੰਮ ਹੀ ਨਹੀਂ ਮਿਲਣਾ ਉੱਥੇ ਜਾ ਕੇ, ਪੈਸਾ ਨਹੀਂ ਕਮਾ ਸਕਣਾ, ਉਹ ਵੀ ਤਾਂ ਪ੍ਰੈਸ਼ਰ ਐਡ ਕਰ ਰਿਹਾ। ਸੁਸਾਈਡਸ ਕਿੰਨੇ ਹੋ ਰਹੇ ਆ ਹੁਣ? ਬਿਲਕੁਲ ਹੋ ਰਹੇ ਨੇ ਜੀ। ਬਟ ਇਹਦਾ ਕਿਤੇ ਨਾ ਕਿਤੇ ਕਾਰਨ ਇਹ ਆ, ਜਦੋਂ ਅਸੀਂ ਕੈਨੇਡਾ ਸਿਲੈਕਟ ਕਰਦੇ ਹਾਂ, ਕਾਲਜ ਐਜੂਕੇਸ਼ਨ ਪਾਥਵੇ ਅਸੀਂ ਸਿਲੈਕਟ ਕਰਦੇ ਹਾਂ, ਆਫਿਸ ਜਾ ਕੇ ਅਸੀਂ ਕਹਿੰਦੇ ਹਾਂ ਜੀ ਬੱਚੇ ਨੂੰ ਭੇਜ ਦਿਓ, ਆਹ ਲਓ ਜੀ ਡਾਕੂਮੈਂਟਸ। ਕਦੇ ਅਸੀਂ ਆਪ ਰਿਸਰਚ ਨਹੀਂ ਕਰੀ। ਉੱਥੋਂ ਜਾ ਕੇ 4 ਜਣਿਆਂ ਨੂੰ ਫੋਨ ਕਰ ਲਿਆ ਕਿ ਮੌਸਮ ਕਿੱਦਾਂ ਦਾ, ਕੈਨੇਡਾ ਕਿਵੇਂ। ਕੈਨੇਡਾ ਤਾਂ ਦੇਖੋ ਮੌਸਮ ਜਿਹੜਾ ਹੈ, ਟਾਈਮ ਜ਼ੋਨਸ ਨੇ, ਬਹੁਤ ਵੱਡਾ ਕੈਨੇਡਾ, ਮੌਸਮ ਵੇਰੀ ਕਰਦਾ। ਹੁਣ ਬਟ ਉਹ ਤੁਹਾਡੇ ਬੱਚੇ ਦੀ ਸਕਸੈਸ ਜਾਂ ਉਸਦੇ ਅਨਸਕਸੈਸਫੁਲ ਹੋਣ ਤੇ ਮੌਸਮ ਨੂੰ ਨਹੀਂ ਨਾ ਤੁਸੀਂ ਇੱਕ ਮੇਨ ਪਾਰਟਿਸਪੈਂਟ ਬਣਾ ਸਕਦੇ। ਅੱਛਾ, ਫਿਰ ਜਿਹੜੇ ਬੱਚੇ ਉੱਥੇ ਜਾ ਰਹੇ ਨੇ, ਉਹਨਾਂ ਦੇ ਕਿਸੇ ਦੇ ਹੁਣ ਫਰੈਂਡਸ ਪ੍ਰਾਈਵੇਟ ਕਾਲਜ ਪੜ੍ਹ ਰਹੇ ਨੇ। ਸਾਡੇ ਪੇਰੈਂਟਸ ਹੁਣ ਜੇ ਲੈਟਸ ਸੇ ਆਪਾਂ ਰੂਰਲ ਬੈਕਗਰਾਊਂਡ ਦੀ ਗੱਲ ਕਰੀਏ, ਕੋਈ ਐਗਰੀਕਲਚਰ ਫੈਮਿਲੀ ਤੋਂ ਆ, ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਤਾਂ ਇੰਗਲਿਸ਼ ਨਹੀਂ ਆਉਂਦੀ, ਅਸੀਂ ਕੰਸਲਟੈਂਟ ਕੋਲ ਗਏ। ਉਹਨੇ ਬੱਚੇ ਦਾ, ਕੰਸਲਟੈਂਟ ਨੇ ਤੁਹਾਡੇ ਦਾ ਬੈਸਟ ਇੰਟਰਸਟ ਨਹੀਂ ਦੇਖਣਾ, ਉਹਨੇ ਆਪ ਦਾ ਦੇਖਣਾ, ਬਿਕੋਜ਼ ਹੀ ਇਜ਼ ਰਨਿੰਗ ਅ ਬਿਜ਼ਨਸ। ਪੈਸਾ ਕਿੱਥੋਂ ਕਮਾਉਣਾ, ਉਹਨੇ ਇਹ ਦੇਖਣਾ ਵੀ ਮੇਰੀ ਰਿਟਰਨ ਔਨ ਇਨਵੈਸਟਮੈਂਟ ਕਿੱਥੋਂ ਆ। ਜੇ ਤੁਹਾਡਾ ਬੱਚਾ ਪ੍ਰਾਈਵੇਟ ਕਾਲਜ ਜਾਂ ਸੈਟੇਲਾਈਟ ਕੈਂਪਸ ਮੈਂ ਭੇਜਦੇ ਆ ਤਾਂ ਮੈਨੂੰ ਵੱਧ ਕਮਿਸ਼ਨ ਆ ਰਿਹਾ, ਉਹਨੇ ਬੱਚਾ ਤੁਹਾਡਾ ਉੱਥੇ ਹੀ ਭੇਜਣਾ। ਜੇ ਤੁਸੀਂ ਕੱਲ੍ਹ ਨੂੰ ਕਿਸੇ ਹੋਰ ਕਾਲਜ ਜਾਂ ਹੋਰ ਇੰਸਟੀਚਿਊਟ ਬਾਰੇ ਗੱਲ ਕਰੋਗੇ, ਉਹਨਾਂ ਨੇ ਤੁਹਾਨੂੰ ਡਿਸਵੇਡ ਕਰਨਾ ਵੀ ਨਾ ਉੱਥੇ ਨਾ ਜਾਇਓ। ਹੁਣ ਬਰੈਂਪਟਨ ਦੇ ਵਿੱਚ ਇੰਨਾ ਜ਼ਿਆਦਾ ਬੱਚਾ ਹੋ ਗਿਆ ਕਿਉਂਕਿ ਪਹਿਲਾਂ ਜਿਹੜੇ ਵੱਡੇ ਕਾਲਜਸ ਸੀ, ਆਪਾਂ ਸ਼ੈਰੀਡਨ, ਹੰਬਰ, ਸੈਨੇਕਾ ਦੀ ਗੱਲ ਕਰੀ ਹੈ, ਉਸ ਦੇ ਨਾਲ ਨਾਲ ਸੈਟੇਲਾਈਟ ਕੈਂਪਸਿਸ ਖੁੱਲ੍ਹ ਗਏ। ਸੋ ਜਿੱਦਾਂ PTU ਦੇ ਜਾਂ ਹੋਰ ਯੂਨੀਵਰਸਿਟੀਜ਼ ਦੇ ਡਿਸਟੈਂਸ ਐਜੂਕੇਸ਼ਨ ਸੈਂਟਰ ਨੇ, ਉਹ ਖੁੱਲ੍ਹ ਗਏ। ਨਦਰ ਨਾਲਾ ਜਿਹੜਾ ਚੱਕਰ ਪਿਆ ਬੱਚਿਆਂ ਨੂੰ, ਜਿਹੜੀਆਂ ਆਫਰ ਲੈਟਰਸ ਜਿਹੜੀਆਂ ਕੈਂਸਲ ਹੋਈਆਂ ਨੇ, ਉਹ ਉਸ ਸੈਟੇਲਾਈਟ ਕੈਂਪਸ ਦੀਆਂ ਹੋਈਆਂ ਨੇ। ਹੁਣ ਸੈਟੇਲਾਈਟ ਕੈਂਪਸ ਤੁਹਾਡਾ ਬੱਚਾ ਜਾ ਰਿਹਾ, ਫੀਸ ਤੁਸੀਂ ਉਨੀ ਹੀ ਦੇ ਰਹੇ ਹੋ ਮੇਨ ਕੈਂਪਸ ਜਿੰਨੀ, ਪਰ ਤੁਹਾਡੇ ਬੱਚੇ ਨੂੰ ਕੋਈ ਰਿਸੋਰਸਿਸ ਨਹੀਂ ਮਿਲ ਰਹੇ, ਕੋਈ ਉਹਨੂੰ ਐਕਸੈਸ ਨਹੀਂ ਹੈਗੀ ਉਹ ਲਾਇਬ੍ਰੇਰੀਜ਼ ਦੀ, ਕੋਈ ਐਕਸੈਸ ਨਹੀਂ ਹੈਗੀ ਉਹ ਫੈਸਿਲਿਟੀਜ਼ ਦੀ, ਪਰ ਫੀਸ ਸਾਡੇ ਤੋਂ ਉਨੀ ਲਈ ਜਾ ਰਹੀ ਆ। ਬੱਚੇ ਦਾ, ਤੁਹਾਡੇ ਦਾ ਜੇ ਐਜੂਕੇਸ਼ਨ ਲੈਵਲ ਅੱਜ 12th ਤੇ ਆ ਨਾ, ਇਹ ਪੇਰੈਂਟਸ ਗੁੱਸਾ ਨਾ ਕਰਨ ਮੇਰੀ ਇਸ ਗੱਲ ਦਾ, ਉਹ ਐਜੂਕੇਸ਼ਨ ਲੈਵਲ ਉੱਥੇ ਕੀ ਰਹਿ ਜਾਂਦਾ ਕਿਉਂਕਿ ਉਹ ਕੁਛ ਸਿੱਖ ਹੀ ਨਹੀਂ ਰਹੇ। ਪਰ ਉਹ ਪੜ੍ਹਨ ਕਦੋਂ ਜਾਂਦੇ ਆ? ਉਹ ਤਾਂ ਇੱਕ ਮਾਈਂਡਸੈਟ ਹੈ ਇੱਥੋਂ ਚੜ੍ਹਨ ਵੇਲੇ ਜਹਾਜ਼ ਵੀ ਬਸ ਕੈਨੇਡਾ ਜਾਣਾ ਹੈ ਅਸੀਂ, ਤਾਂ ਹੀ ਜ਼ਿਆਦਾਤਰ ਬਰੈਂਪਟਨ ਹੋਈ ਜਾਂਦਾ। ਇਹ ਦੇਖੋ ਬੱਚੇ ਨੇ ਜਿਹੜੇ, ਜੇ ਆਪਾਂ ਕੁਝ ਵੀ ਕਹੀਏ 12th, ਉਹ ਏਜ ਸਾਰਿਆਂ ਤੇ ਆਈ, ਆਪਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ। ਇਹਦੇ ਵਿੱਚ ਮਾਂ ਪਿਓ ਦਾ ਵੀ ਥੋੜਾ ਜਿਹਾ ਰੋਲ ਮੈਂ ਦੇਖਾਂ, ਕਿਉਂਕਿ ਉਹ ਨਾ ਇੱਕ ਸੈਕੰਡ ਸੀਟ ਲੈ ਲੈਂਦੇ ਨੇ ਕਿ ਬੱਚੇ ਨੂੰ ਹੀ ਪਤਾ। ਹੁਣ ਬੱਚਾ ਤੁਸੀਂ ਭੇਜਤਾ ਬਰੈਂਪਟਨ ਕਾਲਜ ਦੇ ਵਿੱਚ, ਸਕਿੱਲ ਉਹਨੂੰ ਆਉਂਦੀ ਨਹੀਂ, ਐਜੂਕੇਸ਼ਨ ਉਹਨੇ ਕਰਨੀ ਨਹੀਂ, ਤੇ ਕੱਲ੍ਹ ਨੂੰ ਬੱਚਾ ਤੁਹਾਡਾ ਕਰੂਗਾ ਕੀ? ਜੇ ਉਹੀ ਤੁਸੀਂ ਬਾਹਰ ਕਿਸੇ ਵਧੀਆ ਕਾਲਜ ਭੇਜਦੇ ਹੋ, ਕਿਸੇ ਵਧੀਆ ਇੰਸਟੀਚਿਊਟ ਭੇਜਦੇ ਹੋ, ਵਧੀਆ ਪ੍ਰੋਗਰਾਮ ਕਰਦਾ ਤੁਹਾਡਾ ਬੱਚਾ, ਕੱਲ੍ਹ ਨੂੰ ਸੈਟਲਮੈਂਟ ਹੋਏਗੀ। ਅਸੀਂ ਮੇਨ ਪੰਜਾਬੀਆਂ ਨੇ ਮੁੱਦਾ ਇਹ ਬਣਾ ਲਿਆ ਬਈ ਬੱਚਾ ਕੈਨੇਡਾ ਪਹੁੰਚ ਗਿਆ, ਦੈਟ ਇਜ਼ ਦੀ ਐਂਡ ਆਫ ਦ ਸਟੋਰੀ। ਬਸ ਬੱਚਾ ਪਹੁੰਚਣਾ ਚਾਹੀਦਾ, ਜਦ ਕਿ ਕੈਨੇਡਾ ਪਹੁੰਚ ਕੇ ਤਾਂ ਤੁਹਾਡੀ ਸਟਰਗਲ ਤੇ ਜਰਨੀ ਆ ਜਿਹੜੀ ਉਹ ਸ਼ੁਰੂ ਹੁੰਦੀ ਆ। ਇੰਪੋਰਟੈਂਟ ਗੱਲ ਤਾਂ ਇਹ ਆ ਵੀ ਕੈਨੇਡਾ ਜਾ ਕੇ ਤੁਸੀਂ ਸੈਟਲ ਕਿਵੇਂ ਹੋਣਾ, ਉਹ ਸੈਟਲਮੈਂਟ ਕਦੋਂ ਹੋਣੀ ਆ। ਕਿਉਂਕਿ ਅਗਰ ਤੁਹਾਡੇ ਬੱਚਾ ਇੱਕ ਗਲਤ ਡਿਸੀਜਨ ਲੈ ਲੈਂਦਾ, ਠੀਕ ਹੈ, ਉਹਦੀ ਲਾਈਫ ਖਰਾਬ ਹੁੰਦੀ ਆ, ਤੁਹਾਡੀ ਪੇਰੈਂਟਸ ਦੀ ਇੱਥੇ ਟੈਨਸ਼ਨ 'ਚ ਲਾਈਫ ਖਰਾਬ ਹੁੰਦੀ ਆ, ਤੇ ਉਹਦੀਆਂ ਆਉਣ ਵਾਲੀ ਜਨਰੇਸ਼ਨਸ ਦੀ ਲਾਈਫ ਖਰਾਬ ਹੁੰਦੀ ਆ, ਕਿਉਂਕਿ ਹੋ ਸਕਦਾ ਉਹਨੂੰ ਵਾਪਸ ਆਉਣਾ ਪਵੇ। ਇਹੀ ਜੇ ਤੁਹਾਡਾ ਬੱਚਾ ਤੇ ਤੁਸੀਂ ਪਰਿਵਾਰ 'ਚ ਬੈਠ ਕੇ ਇੱਕ ਸਹੀ ਡਿਸੀਜਨ ਲੈਂਦੇ ਹੋ ਵੀ ਕੈਨੇਡਾ ਕਿੱਥੇ ਜਾਣਾ, ਕਿਹੜੇ ਇੰਸਟੀਚਿਊਟ ਜਾਣਾ, ਕਿਹੜਾ ਪ੍ਰੋਗਰਾਮ ਕਰਨਾ, ਇੱਕ ਓਪਨ ਡਿਸਕਸ਼ਨ ਕਰਦੇ ਹੋ, ਵਧੀਆ ਪ੍ਰੋਗਰਾਮ ਸਿਲੈਕਸ਼ਨ ਕਰਦੇ ਹੋ। ਪਰ ਇਹ ਤੁਸੀਂ ਵੀ ਤਾਂ ਹੱਲ ਨਹੀਂ ਦੇ ਰਹੇ ਨਾ। ਹੱਲ ਦੱਸੋ। ਜੇ ਅੱਜ ਮੇਰਾ ਬੱਚਾ ਜਾਣਾ ਚਾਹੁੰਦਾ, ਉਹ ਬਰੈਂਪਟਨ ਨਹੀਂ ਜਾ ਰਿਹਾ, ਫਿਰ ਮੈਂ ਕਿੱਥੇ ਭੇਜਾਂ ਉਹਨੂੰ? ਬਹੁਤ ਵਧੀਆ ਇੰਸਟੀਚਿਊਟ ਆ ਜੀ, ਕਾਲਜ ਆਫ ਦੀ ਨਾਰਥ ਐਟਲਾਂਟਿਕ, ਨਿਊਫਾਊਂਡਲੈਂਡ ਲੈਬਰਾਡੋਰ ਦਾ ਗਵਰਨਮੈਂਟ ਇੰਸਟੀਚਿਊਟ ਹੈ। 17 ਕੈਂਪਸ ਨੇ, ਕੋਈ ਸੈਟੇਲਾਈਟ ਕੈਂਪਸ ਨਹੀਂ, ਪ੍ਰੋਪਰ ਕੈਂਪਸਿਸ ਨੇ। ਹੁਣ ਅੱਜ ਆਪਾਂ ਟਿਊਸ਼ਨ ਫੀਸ ਦੀ ਗੱਲ ਕਰਦੇ ਹਾਂ, ਜਿਹੜੇ ਈਵਨ ਗਵਰਨਮੈਂਟ ਕਾਲਜਸ ਨੇ ਜਾਂ ਪ੍ਰਾਈਵੇਟ ਕਾਲਜਸ ਨੇ, 35 ਤੋਂ 40 ਹਜ਼ਾਰ ਡਾਲਰ ਫੀਸ ਲੈ ਰਹੇ ਨੇ, ਜਦ ਕਿ CNA ਦੀ ਡਿਪੈਂਡਿੰਗ ਔਨ ਦਾ ਪ੍ਰੋਗਰਾਮ 19,000 ਤੋਂ ਲੈ ਕੇ 20 ਜਾਂ 21,000 ਡਾਲਰ ਤੱਕ ਫੀਸ ਹੈ। ਅੱਧੋ ਅੱਧੀ ਤੁਹਾਡੀ ਫੀਸ ਬਚਦੀ ਹੈ। ਤੇ ਪਰਮਨੈਂਟ ਰੈਜ਼ੀਡੈਂਸੀ ਜਿੰਨੀ ਨਿਊਫਾਊਂਡਲੈਂਡ ਦੇ ਵਿੱਚ ਈਜ਼ੀ ਆ, ਜਿਹੜੇ ਬੱਚੇ ਉੱਥੋਂ ਪੜ੍ਹੇ ਨੇ ਉਹ ਹੋਰ ਕਿਤੇ ਨਹੀਂ। ਜੇ ਅੱਜ ਤੁਸੀਂ ਗ੍ਰੈਜੂਏਟ ਹੁੰਦੇ ਹੋ, ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਗਿਆ, ਤੁਸੀਂ ਨਾਲ ਦੀ ਨਾਲ PNP ਫਾਈਲ ਕਰ ਸਕਦੇ ਹੋ, ਉਹ ਵੀ ਵਿਦਆਊਟ ਆਇਲਸ। ਤੁਸੀਂ AIP ਦੇ ਵਿੱਚ ਫਾਈਲ ਲਾ ਸਕਦੇ ਹੋ, ਆਇਲਸ ਦੀ ਲੋੜ ਨਹੀਂ। ਆਇਲਸ ਦੀ ਲੋੜ ਨਹੀਂ।
ਹੁਣ ਇਹੀ ਅਸੀਂ ਕੰਪੇਅਰ ਕਰਦੇ ਹਾਂ, ਤੁਸੀਂ ਚਲੇ ਗਏ ਬਰੈਂਪਟਨ 12th ਤੋਂ ਬਾਅਦ, ਤੁਹਾਡੇ ਪੁਆਇੰਟ ਨਹੀਂ ਬਣਨੇ CRS ਸਕੋਰ, ਪਰ ਉੱਥੇ ਮੇਰੇ ਰਿਸ਼ਤੇਦਾਰ ਬੈਠੇ ਆ, ਬੱਚਾ ਜਾਊਗਾ ਸੁਖੀ ਹੈ, 4 ਦਿਨ ਉਹ ਆਪਦੇ ਘਰੇ ਰੱਖਦੇ ਆ, ਕੰਮ ਵੀ ਦਵਾ ਦਿੰਦੇ ਆ। ਤੇ ਇਹੀ ਰਿਸ਼ਤੇਦਾਰਾਂ ਨਾਲ 2 ਸਾਲ ਤੱਕ ਕਲੇਸ਼ ਪੈ ਜਾਂਦੇ ਨੇ, ਫਿਰ ਇੱਥੋਂ ਵਾਲੇ ਬੋਲਣੋਂ ਵੀ ਜਾਂਦੇ ਨੇ। ਇਹ ਬਹੁਤ ਵੱਡਾ ਫੈਕਟਰ ਆ, ਕਿਉਂਕਿ ਉੱਥੇ ਜਿਹੜਾ ਇੱਥੋਂ ਦਾ ਸੋਸ਼ਲ ਸਿਸਟਮ ਹੈ ਤੇ ਕੈਨੇਡਾ ਦਾ ਹੈ ਉਹ ਬਹੁਤ ਡਿਫਰੈਂਟ ਆ। ਸਾਡੇ ਆਫਿਸ ਦੇ ਵਿੱਚ ਕਿੰਨੇ ਕੇਸਿਸ ਆਉਂਦੇ ਨੇ ਜਿੱਥੇ ਬੱਚੇ ਡਿਪਰੈਸ਼ਨ 'ਚ ਨੇ ਕਿ ਜਿਹੜੇ ਰਿਲੇਟਿਵਸ ਦੇ ਕੋਲ ਆਏ ਸੀਗੇ ਉਹ ਨਾਲ ਤਾਂ ਘਰ ਦਾ ਕੰਮ ਕਰਵਾ ਰਹੇ ਨੇ, ਨਾਲੇ ਹੋਰ ਕਰ ਰਹੇ ਨੇ, ਨਾਲੇ ਉਹਨਾਂ ਨੂੰ ਫਰੀਡਮ ਨਹੀਂ ਦੇ ਰਹੇ ਬੱਚਿਆਂ ਨੂੰ। ਸੋ ਰਿਲੇਟਿਵਸ ਦਾ ਇੱਕ ਮੋਹ ਛੱਡ ਦਈਏ, ਬਿਲਕੁਲ ਛੱਡਣਾ ਪੈਣਾ। ਤੁਸੀਂ ਦੇਖੋ ਤੁਹਾਡੇ ਰਿਲੇਟਿਵ ਜੇ ਨਾਰਥ ਅਟਲਾਂਟਿਕ ਭੇਜ ਰਹੇ ਆ, ਇੰਨਾ ਇੰਡੀਪੈਂਡੈਂਟ ਹੋ ਕੇ ਡਰ ਲੱਗਦਾ ਇੱਥੋਂ ਭੇਜਣ ਵੇਲੇ ਬੱਚੇ ਨੂੰ। ਨਵੀਂ ਥਾਂ, ਜਿਵੇਂ ਉੱਥੇ ਪੰਜਾਬੀ ਘੱਟ ਨੇ ਮੇਰੇ ਖਿਆਲ। ਬਿਲਕੁਲ ਘੱਟ ਨੇ ਜੀ, ਤੇ ਇਸੇ ਕਰਕੇ ਉੱਥੇ ਸੇਫ ਇਨਵਾਇਰਨਮੈਂਟ ਆ। ਤੁਸੀਂ ਅੱਜ ਆ ਕੇ ਤਾਂ ਦੇਖੋ ਬਰੈਂਪਟਨ ਦੇ ਵਿੱਚ ਹਾਲ ਕੀ ਹੈ, ਤੁਸੀਂ ਕੁੜੀਆਂ ਨੂੰ ਉੱਥੇ ਭੇਜ ਕੇ ਵੇਖੋ ਵੀ ਹਾਲ ਕੀ ਹੋ ਰਿਹਾ। ਇਹੀ ਜੇ ਕੁੜੀਆਂ ਤੁਹਾਡੀਆਂ ਛੋਟੇ ਸ਼ਹਿਰਾਂ 'ਚ ਜਾ ਰਹੀਆਂ ਨੇ, ਇੱਕ ਸੇਫ ਇਨਵਾਇਰਨਮੈਂਟ ਆ ਉੱਥੇ। ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਬਿਲਕੁਲ ਕਹਿ ਰਹੇ ਹਾਂ ਜੀ। ਤੇ ਤੁਸੀਂ ਆਪ ਆ ਕੇ, ਜਿਹੜੇ ਤੁਹਾਡੇ ਰਿਲੇਟਿਵਸ ਨੇ ਜਾਂ ਹੋਰ ਨੇ, ਆਪ ਆ ਕੇ ਅਬਜ਼ਰਵ ਤਾਂ ਕਰੋ ਨਾ। ਕੋਈ ਤੁਹਾਡੇ ਉੱਥੇ ਗੇੜੀਆਂ ਨਹੀਂ ਵੱਜ ਰਹੀਆਂ, ਕੋਈ ਉਹ ਹਾ ਨਹੀਂ ਬੱਚੀ ਹੋਈ ਵੀ ਹਾਂ ਠੀਕ ਆ ਜੀ ਕੁੜੀ ਜਾ ਰਹੀ ਆ ਕੰਮ ਤੋਂ ਘਰੇ ਜਾ ਰਹੀ ਆ, ਚਾਹੇ ਰਾਤ ਨੂੰ 2 ਵਜੇ ਜਾ ਰਹੀ ਆ ਆਪਦੀ ਸ਼ਿਫਟ ਖਤਮ ਕਰਕੇ। ਇਹ ਕੁਛ ਉੱਥੇ ਹੋਣ ਲੱਗ ਪਿਆ। ਬਿਲਕੁਲ ਹੋਣ ਲੱਗ ਪਿਆ ਜੀ। ਫਿਰ ਕਿਉਂ ਭੇਜੀਏ ਹੀ ਕਿਉਂ? ਫਿਰ ਸਵਾਲ ਤਾਂ ਇਹ ਆਉਂਦਾ ਕਿਉਂਕਿ ਇੱਥੇ ਬੱਚਿਆਂ ਨੂੰ 12th ਕਰਕੇ, ਡਿਗਰੀ ਕਰਕੇ ਕੋਈ ਐਵੇਨਿਊ ਨਹੀਂ ਲੱਭ ਰਿਹਾ। ਅੱਜ ਇੱਥੇ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਕਰ ਲੈਂਦਾ ਜਾਂ ਨਰਸਿੰਗ ਕਰ ਲੈਂਦਾ, ਉਹ ਇੱਕ ਬੜੀ ਮੀਡੀਓਕਰ ਜੀ ਸੈਲਰੀ ਤੇ ਕਰ ਰਿਹਾ ਕਿ ਉਹ ਸਰਵਾਈਵਲ ਹੀ ਕਰ ਪਾ ਰਿਹਾ। ਹੁਣ ਕੈਨੇਡਾ ਦੇ ਵਿੱਚ ਕਿੰਨੀਆਂ ਸਕਸੈਸ ਸਟੋਰੀਜ਼ ਨੇ, ਬੱਚੇ ਗਏ ਇੱਥੋਂ ਵਧੀਆ ਸੈਟਲਡ ਹੋ ਗਏ, ਪਿੱਛੇ ਪਰਿਵਾਰ ਦੇ ਘਰ ਵੀ ਜਿਨ੍ਹਾਂ ਦੀਆਂ ਛੱਤਾਂ ਬਾਲੇ ਵਾਲੀਆਂ ਸੀ ਉਹ ਵੀ ਪੱਕੀਆਂ ਹੋ ਗਈਆਂ, ਕੋਠੀਆਂ ਪੈ ਗਈਆਂ, ਉੱਥੋਂ ਮੋਨਿਟਰੀ ਬੈਨੀਫਿਟ ਇੱਥੇ ਫੈਮਿਲੀ ਨੂੰ ਹੋ ਗਿਆ, ਫੈਮਿਲੀ ਸੈੱਟ ਹੋ ਗਈ, ਲਾਈਫ ਸੌਖੀ ਹੋ ਗਈ। ਉਹੀ ਬੱਚਾ ਜੇ ਇੱਥੇ ਇੰਜੀਨੀਅਰਿੰਗ ਕਰਕੇ ਕਿਤੇ ਜੌਬ ਤੇ ਲੱਗ ਜਾਂਦਾ, ਉਹੀ 20,000 30,000 50,000 ਦੀ ਸੈਲਰੀ ਲੈ ਕੇ, ਤੇ ਖਰਚਾ ਤਾਂ ਦੇਖੋ ਤੁਹਾਡਾ ਇੱਥੇ ਕਿੰਨਾ ਵਧੀਆ ਹੋਇਆ। ਇਹ ਗੱਲ ਨਾ, ਅਸੀਂ ਰੋਜ਼ ਇੱਥੇ ਕਦੇ ਜਲੰਧਰ ਬੱਸ ਸਟੈਂਡ ਜਾਂਦੇ ਰਹੋ ਜਾਂ ਲੁਧਿਆਣੇ ਜਾਂਦੇ ਰਹੋ, ਵੱਡੇ ਵੱਡੇ ਬੋਰਡ ਲੱਗੇ ਐ ਬਿਨਾਂ ਆਇਲਸ ਤੋਂ ਜਾਓ ਕੈਨੇਡਾ। ਤੁਸੀਂ ਹੁਣ ਕਹਿ ਰਹੇ ਹੋ ਬਿਨਾਂ ਆਇਲਸ ਤੋਂ PR ਲੈ ਲਓ। ਇਹ ਗੱਲ ਤੇ ਭਰੋਸਾ ਕਿਵੇਂ ਹੋਵੇ? ਰੋਜ਼ ਅਸੀਂ ਅਵੇਅਰ ਕਰਦੇ ਹਾਂ, ਹੱਥ ਜੋੜਦੇ ਹਾਂ ਵੀ ਨਾ ਮੰਨੋ ਇਹ ਗੱਲਾਂ ਨੂੰ, ਨਾ ਮੰਨੋ, ਬਿਨਾਂ ਆਇਲਸ ਤੋਂ ਨਹੀਂ ਜਾ ਸਕਦੇ। ਤੁਸੀਂ ਆ ਕੇ ਕਹਿ ਰਹੇ ਹੋ PR ਹੀ ਬਿਨਾਂ ਆਇਲਸ ਤੋਂ ਲੈ ਲਓ। ਇਹਦੇ ਤੇ ਭਰੋਸਾ ਕਿਵੇਂ ਹੋਵੇ? ਇਹਦਾ ਬੜਾ ਸੌਖਾ ਜੀ। ਮੈਂ ਇਹ ਕਹਿ ਰਿਹਾ ਵੀ ਜੋ ਕੁਝ ਤੁਹਾਨੂੰ ਕੋਈ ਕਹਿੰਦਾ, ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ। ਤੁਸੀਂ ਗਵਰਨਮੈਂਟ ਆਫ ਨਿਊਫਾਊਂਡਲੈਂਡ ਦੀ ਵੈਬਸਾਈਟ ਤੇ ਜਾਓ, ਉੱਥੇ PNP ਪ੍ਰੋਗਰਾਮਸ ਨੇ, ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਹੈਗੀ ਆ ਜਿਹਦੀ ਤੁਸੀਂ ਰਿਸਰਚ ਕਰ ਸਕਦੇ ਹੋ। ਉਹਦੀ ਐਪਲੀਕੇਸ਼ਨ ਵਿਦਆਊਟ ਆਇਲਸ ਜਿਹੜੀ ਰਿਕੁਆਇਰਮੈਂਟ ਆ ਉਹ ਫਾਈਲ ਹੁੰਦੀ ਆ, ਪ੍ਰੋਵਾਈਡਡ ਤੁਹਾਡਾ ਬੱਚਾ ਉੱਥੋਂ ਪੜ੍ਹਿਆ ਹੋਵੇ। ਇਹ ਨਹੀਂ ਕਿ ਤੁਸੀਂ ਕੱਲ੍ਹ ਨੂੰ ontario ਤੋਂ ਪੜ੍ਹ ਕੇ ਫਿਰ ਉੱਥੇ ਮੂਵ ਹੋਵੋ, ਜਾਂ ਇੱਥੇ ਇਹ ਵੀ ਨਹੀਂ ਹੈਗਾ ਕਿ ਤੁਸੀਂ ਇੰਡੀਆ ਤੋਂ ਕੈਨੇਡਾ ਵਿਦਆਊਟ ਆਇਲਸ ਜਾ ਸਕਦੇ ਹੋ ਸਟੂਡੈਂਟ ਬੇਸ ਦੇ ਉੱਤੇ। ਉਹਦੇ ਲਈ ਤੁਹਾਨੂੰ ਆਇਲਸ ਕਰਨੀ ਪੈਣੀ ਹੈ। ਤੁਸੀਂ ਉੱਥੇ ਆਉਣਾ, ਉੱਥੇ ਆ ਕੇ ਤੁਸੀਂ CNA ਆਪਦਾ ਪੜ੍ਹਨਾ ਹੈ। ਜਦੋਂ ਤੱਕ ਤੁਹਾਡਾ ontario ਵਾਲਾ ਕਾਊਂਟਰ ਪਾਰਟ ਆਪਦਾ ਐਕਸਪੀਰੀਅੰਸ ਆਪਦਾ ਹੋਰ ਕੁਝ ਕਰ ਰਿਹਾ ਤੇ ਟੈਨਸ਼ਨ 'ਚ ਆ ਕਿ ਮੇਰੀ PR ਕਿਵੇਂ ਹੋਣੀ ਹੈ, ਤੁਸੀਂ PR ਲੈ ਜਾਣੀ ਹੈ। ਤੇ ਕਿੰਨੇ ਬੈਂਡਸ ਚਾਹੀਦੇ ਇਹਦੇ ਵਾਸਤੇ? 6 ਈਚ। 4.5 5 5.5 ਜਾਓ? ਨਹੀਂ ਉਹ ਕੁਝ ਨਹੀਂ ਹੈਗਾ। ਉਹ ਐਵੇਂ ਕੱਲ ਨੂੰ ਤੁਸੀਂ ਐਂਟਰਟੇਨ ਵੀ ਨਹੀਂ ਕਰਦੇ? ਨਹੀਂ ਅਸੀਂ ਐਂਟਰਟੇਨ ਨਹੀਂ ਕਰਦੇ। 6 ਈਚ ਲੈ ਕੇ ਆ ਜਾਓ, ਜ਼ਰੂਰ ਸਿਰ ਮੱਥੇ, ਜ਼ਰੂਰ ਤੁਹਾਡੀ ਹੈਲਪ ਕਰਾਂਗੇ। ਬਟ 5.5 1 'ਚ ਨੇ ਜਾਂ 2 'ਚ 5.5 ਨੇ, ਅਸੀਂ ਉਹ ਕੁਝ ਨਹੀਂ ਹੈਗਾ। 6 ਈਚ ਸਾਨੂੰ ਜਿਹੜਾ ਸਕੋਰ ਹੈ ਉਹ ਤੁਹਾਡਾ ਚਾਹੀਦਾ। ਜਿਹੜਾ 6 ਈਚ ਵਾਲਾ ਸਟੂਡੈਂਟ ਹੈ ਜਾਂ 7 ਬੈਂਡ ਵਾਲਾ ਸਟੂਡੈਂਟ ਹੈ, ਉਹ ਤਾਂ ਆਪ ਬਹੁਤ ਅਵੇਅਰ ਹੋ ਜਾਂਦਾ, ਉਹ ਆਪ ਉਹ ਪੜ੍ਹ ਸਕਦਾ, ਦੇਖ ਸਕਦਾ। ਤੇ ਅਸੀਂ ਤਾਂ ਕਹਿੰਦੇ ਆ ਕਿ CNA ਬਾਰੇ ਰਿਸਰਚ ਕਰੋ। ਅਸੀਂ ਹੁਣ CNA ਦੇ ਜਿਹੜੇ ਕਾਲਜ ਦੇ ਇੰਟਰਨੈਸ਼ਨਲ ਸੈਂਟਰ ਦੇ EMPLOYEES ਨੇ, ਉਹ ਇੰਡੀਆ ਆ ਰਹੇ ਨੇ। ਤੁਸੀਂ ਰਿਸਰਚ ਕਰ ਲਈ, ਉਦੋਂ ਬਾਅਦ ਆਈ ਐਮ ਸ਼ੋਰ ਕਿ ਤੁਹਾਡੇ ਮਾਈਂਡ 'ਚ 100 ਕੁਐਸਚਨ ਹੋਣਗੇ। ਤੁਸੀਂ ਇੱਕ ਜਗ੍ਹਾ ਤੇ ਸਟਕ ਹੋ ਨਾ। ਤੁਸੀਂ ਤਾਂ ਕਹਤਾ ਕਿ ਸਿਰਫ ਨਾਰਥ ਅਟਲਾਂਟਿਕ ਕਾਲਜ ਦੀ ਤੁਸੀਂ ਗੱਲ ਕਰ ਰਹੇ ਹੋ। ਇੱਥੇ ਰੋਜ਼ ਮੈਗਾ ਬੜੇ ਵੱਡੇ ਜਿਹੜੇ ਮੇਲਾਜ਼ ਹੁੰਦੇ ਆ, ਜਿੱਥੇ ਆਉਂਦੇ ਆ ਸਟੂਡੈਂਟ, ਉਹਨਾਂ ਕੋਲੇ ਆਪਸ਼ਨਸ ਕਿੰਨੀਆਂ ਵਾਈਡ ਹੈ। 100 ਕਾਲਜ ਆ ਰਿਹਾ, ਉੱਥੇ ਜਾ ਕੇ ਉਹ ਹੋਰ ਬੈਟਰ ਆਪਸ਼ਨਸ ਦੇਖ ਸਕਦਾ। ਉਹਦੇ 'ਚ ਇਹ ਆ ਜੀ, ਜੇ ਆਪਾਂ ਐਪਲਸ ਟੂ ਐਪਲਸ ਕੰਪੇਅਰ ਕਰਾਂਗੇ, ਮੇਰਾ ਖਿਆਲ ਆ ਕਿ ਤੁਸੀਂ, ਤੁਹਾਡੇ ਵਿਊਅਰਸ ਵੀ ਇਸ ਨਤੀਜੇ ਤੇ ਪਹੁੰਚਣਗੇ ਕਿ ਕਾਲਜ ਆਫ ਦ ਨਾਰਥ ਅਟਲਾਂਟਿਕ ਇਜ਼ ਦ ਬੈਸਟ ਆਪਸ਼ਨ, ਕਿਉਂਕਿ ਟਿਊਸ਼ਨ ਫੀਸ ਹਾਫ ਹੈ, ਗਵਰਨਮੈਂਟ ਕਾਲਜ ਹੈ, ਠੀਕ ਹੈ ਜੀ, ਕੋਈ ਪ੍ਰਾਈਵੇਟ ਕਾਲਜ ਨਹੀਂ, ਈਜ਼ੀ PR ਹੈ। ਹੁਣ ਜਿਹੜਾ ਮੈਗਾ ਫੇਅਰਸ ਦੀ ਗੱਲ ਕਰੀ, ਆਪਾਂ ਪਟਿਆਲੇ ਬੱਸ ਸਟੈਂਡ ਤੇ ਚਲੇ ਗਏ। ਬੱਸ ਤਾਂ ਮੈਂ ਫੜਨੀ ਆ ਚੰਡੀਗੜ੍ਹ ਨੂੰ। ਹੁਣ ਉੱਥੇ ਅੰਮ੍ਰਿਤਸਰ ਦੀਆਂ 4 ਬੱਸਿਸ ਖੜੀਆਂ ਨੇ, ਸੰਗਰੂਰ ਦੀਆਂ ਬੱਸਿਸ ਖੜੀਆਂ ਨੇ, ਉਹਦੇ ਨਾਲ ਮੈਂ ਕੀ ਲੈਣਾ? ਮੈਨੂੰ ਤਾਂ ਚੰਡੀਗੜ੍ਹ ਦੀ ਬੱਸ ਚਾਹੀਦੀ ਹੈ ਨਾ, ਮੈਨੂੰ ਤਾਂ ਉਹ ਇੱਕ ਚਾਹੀਦੀ ਆ, ਮੈਂ ਇੱਕ ਫੜਨੀ ਆ। ਇੱਦਾਂ ਹੀ ਜਦੋਂ ਤੁਸੀਂ ਉੱਥੇ ਆਉਣਾ, ਤੁਸੀਂ ਹੁਣ 4 ਕਾਲਜਸ ਤਾਂ ਪੜ੍ਹ ਨਹੀਂ ਸਕਦੇ, ਇੱਕ ਇੰਸਟੀਟਿਊਟ ਹੀ ਚੂਜ਼ ਕਰਨਾ ਨਾ। ਉਹ ਪ੍ਰੋਪਰ ਥਰੋ ਰਿਸਰਚ ਕਰਕੇ ਕਰੋ। ਤੁਸੀਂ ਆਨਲਾਈਨ ਰਿਸਰਚ ਕਰੋ, ਰਿਪਰੈਜ਼ੈਂਟੇਟਿਵ ਆ ਰਹੇ ਨੇ, ਉਹਨਾਂ ਦੇ EMPLOYEES ਆ ਰਹੇ ਨੇ, ਡਾਇਰੈਕਟ ਆ ਕੇ 1 to 1 ਗੱਲ ਕਰੋ। ਫਿਰ ਪੇਰੈਂਟਸ ਨੂੰ ਕਈ ਵਾਰ ਇਹ ਹੋ ਜਾਂਦਾ ਕਿ ਸਾਨੂੰ ਤਾਂ ਇੰਗਲਿਸ਼ ਨਹੀਂ ਆਉਂਦੀ। ਇੰਗਲਿਸ਼ ਤਾਂ ਇੱਕ ਲੈਂਗੁਏਜ ਹੈ,
ਤੁਹਾਨੂੰ ਨਹੀਂ ਆਉਂਦੀ ਦੈਟਸ ਓਕੇ, ਉੱਥੇ ਹੋਰ ਸਟਾਫ ਮੈਂਬਰ ਵੀ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ, ਪਰ ਤੁਸੀਂ ਆਪਦੇ ਸਵਾਲ ਤਾਂ ਚਾਹੇ ਪੰਜਾਬੀ 'ਚ ਹੀ ਲਿਖ ਕੇ ਲਿਆਓ, ਪੁੱਛੋ ਤਾਂ ਸਹੀ ਨਾ ਜਿਹੜੇ ਬੈਠੇ ਨੇ ਕਿ ਜੀ ਮੇਰੇ ਮਾਈਂਡ 'ਚ ਆਹ ਸਵਾਲ ਨੇ। ਪੰਜਾਬੀਆਂ ਨੂੰ ਵਾਈਟ ਕਾਲਰ ਜੌਬਸ ਕਿਉਂ ਨਹੀਂ ਮਿਲਦੀਆਂ ਉੱਥੇ? ਸਾਰੇ ਅਸੀਂ ਇਸ ਥਾਟ ਨਾਲ ਜਾਂਦੇ ਹਾਂ ਕਿ ਉੱਥੇ ਕੰਮ ਮਿਲ ਜੇ, ਕੈਸ਼ ਤੇ ਵੀ ਕੰਮ ਕਰੀ ਜਾਂਦੇ ਆ। ਹੁਣ ਇਸ ਕਾਲਜ ਤੋਂ ਪਾਸ ਆਊਟ ਬੱਚਾ ਕੀ ਕੈਨੇਡੀਅਨ ਜਿਹੜੇ ਗੋਰੇ ਨੇ ਉਹਨਾਂ ਦੇ ਬਰਾਬਰ ਵਾਈਟ ਕਾਲਰ ਜੌਬਸ ਕਰਦੇ ਆ? ਬਿਲਕੁਲ ਕਰਦੇ ਨੇ ਜੀ। ਜਿਹੜੇ ਜਦੋਂ ਫੇਅਰ ਤੇ ਆ ਕੇ ਕਿਸੇ ਨੇ ਦੇਖਣਾ, ਅਸੀਂ ਦਿਖਾ ਵੀ ਦੇਵਾਂਗੇ ਜਿਹੜੀਆਂ ਕਨਫਰਮੇਸ਼ਨ ਆਫ ਨੋਮੀਨੇਸ਼ਨਸ ਆਈਆਂ ਨੇ, ਉਹ ਕੁੜੀਆਂ ਉੱਥੇ ਜਿਹੜਾ ਉਹਨਾਂ ਦਾ ਪ੍ਰੋਵਿੰਸ਼ੀਅਲ ਕੋਰਟ ਹੈ, ਜਿਹਨੂੰ ਆਪਾਂ ਇੱਥੇ ਦਾ ਹਾਈ ਕੋਰਟ ਕਹਿ ਦਈਏ ਪੰਜਾਬ ਐਂਡ ਹਰਿਆਣਾ ਦਾ, ਉਹਦੇ ਵਿੱਚ ਜੌਬ ਕਰ ਰਹੀਆਂ ਨੇ CNA ਤੋਂ ਸਟੱਡੀ ਕਰਕੇ, ਜੇ PR ਨਹੀਂ ਹੋਈ। ਪੰਜਾਬੀ ਕੁੜੀਆਂ ਤੇ ਉਹਨਾਂ ਦੀ ਜਿਹੜੀ PR ਸਪੋਰਟਿੰਗ ਹੈ AIP ਪ੍ਰੋਗਰਾਮ ਦੇ ਅੰਡਰ, ਉਹ ਗਵਰਨਮੈਂਟ ਆਫ ਨਿਊਫਾਊਂਡਲੈਂਡ ਕਰਾ ਰਹੀ ਹੈ। ਤਾਂ ਇਹ ਨਹੀਂ ਹੈ ਵੀ ਜਿਵੇਂ ਹੁਣ ਆਪਾਂ ਆਮ ਹੀ ਗੱਲ ਕਰਦੇ ਹਾਂ ਵੀ PR ਹੋ ਜਾਓ ਉਦੋਂ ਬਾਅਦ ਜਾਂ ਕੋਈ, ਹਾਲਾਂਕਿ ਕਿੱਤਾ ਕੋਈ ਵੀ ਮਾੜਾ ਨਹੀਂ, ਅਸੀਂ ਇਹ ਮੰਨ ਕੇ ਚੱਲਦੇ ਹਾਂ, ਪਰ ਜ਼ਿਆਦਾਤਰ ਪੰਜਾਬੀ ਜਾ ਕੇ ਉੱਥੇ ਜਿੰਨੇ ਸਟੂਡੈਂਟ ਜਾ ਰਹੇ ਹੈ ਵਾਈਟ ਕਾਲਰ 'ਚ ਤਾਂ ਬਹੁਤ ਘੱਟ ਨੇ। ਇਸ ਪਾਸੇ ਨੂੰ ਕਿਉਂ ਨਹੀਂ ਪੰਜਾਬੀਆਂ ਨੂੰ ਲਾਇਆ ਜਾ ਰਿਹਾ ਕਿ ਆਓ ਅਸੀਂ ਉੱਥੋਂ ਦੇ ਸਿਸਟਮ ਦੇ ਵਿੱਚ ਵੜੀਏ, ਉੱਥੋਂ ਦੀਆਂ ਜਿਵੇਂ ਦੀਆਂ ਹਾਈ ਕੋਰਟ ਦੀਆਂ, ਪ੍ਰੋਵਿੰਸ਼ੀਅਲ ਕੋਰਟਸ ਦੀਆਂ ਜੌਬਸ ਨੇ, ਇਸ ਤਰ੍ਹਾਂ ਦੀਆਂ ਜੌਬਸ ਵੱਲ ਜਾਈਏ? ਅਗਰ ਤੁਸੀਂ ਨਿਊਫਾਊਂਡਲੈਂਡ ਦੀ ਗੱਲ ਕਰ ਰਹੇ ਹੋ, ਬਹੁਤ ਬੱਚੇ ਨੇ ਜਿਹੜੇ ਆਪਣੇ ਵਾਈਟ ਕਾਲਰ ਜੌਬਸ ਕਰ ਰਹੇ ਨੇ। ਈਸਟਰਨ ਹੈਲਥ ਜਿਹੜਾ ਉਹਨਾਂ ਦਾ ਹਸਪੀਟਲ ਦਾ ਸਿਸਟਮ ਹੈ, ਉਹਦੇ ਵਿੱਚ ਬਹੁਤ ਬੱਚੇ ਲੱਗੇ ਹੋਏ ਨੇ। ਹੋਰ ਹੈਲਥ ਕੇਅਰ ਦੀਆਂ ਜੌਬਸ ਨੇ ਜਿਹੜੀਆਂ ਉਹ ਕਰ ਰਹੇ ਨੇ, ਐਡਮਿਨ ਦੀਆਂ ਜੌਬਸ ਕਰ ਰਹੇ ਨੇ। ਪ੍ਰੋਵਾਈਡਡ ਇਹ ਹੈ ਕਿ ਉੱਥੇ ਓਪਰਚੁਨਿਟੀ ਵੀ ਹੈ, ਤੁਸੀਂ ਸਕਿੱਲਸ ਵੀ ਅਪਗ੍ਰੇਡ ਕਰ ਰਹੇ ਹੋ, ਕਿਉਂਕਿ ਇਹ ਕਾਲਜ ਇੱਕ ਪ੍ਰੋਪਰ ਕਾਲਜ ਹੈ, ਇਹਨਾਂ ਨੇ ਤੁਹਾਨੂੰ ਪੜਾਉਣਾ ਹੈ। ਇਹ ਨਹੀਂ ਕਿ ਤੁਹਾਡੇ ਬੱਚੇ ਗਏ 2 ਘੰਟੇ ਕਲਾਸਾਂ ਨਾ ਲਾਓ, ਕੰਮ ਕਰ ਲਓ ਜਾ ਕੇ, ਨਹੀਂ, ਉਹ ਨਹੀਂ ਹੈਗਾ। ਕੰਮ ਇੰਨਾ ਅਵੇਲੇਬਲ ਹੈ ਕਿ ਤੁਸੀਂ ਆਪ ਦਾ ਲਿਵਿੰਗ ਐਕਸਪੈਂਡੀਚਰ ਕੱਢ ਸਕਦੇ ਹੋ। ਫੀਸ ਆਲਰੇਡੀ ਅੱਧੀ ਹੋਈ ਆ ਤੁਹਾਡੀ, ਸੋ ਤੁਹਾਡੇ ਤੇ ਫਾਈਨੈਂਸ਼ੀਅਲ ਬਰਡਨ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ ਉਹ ਰਿਡਿਊਸ ਹੋਇਆ ਹੋਇਆ। ਪੜ੍ਹਾਈ ਦੇ ਮਾਈਂਡਸੈਟ ਵਾਲੇ ਬੱਚੇ ਰਹਿ ਗਏ ਪੰਜਾਬ 'ਚ ਤੁਹਾਨੂੰ ਲੱਗਦਾ? ਸਾਰੇ ਦੇਖੋ, ਸਾਰਿਆਂ ਨੂੰ ਆਪਾਂ ਇੱਕ ਪੇਂਟ ਬ੍ਰਸ਼ ਨਾਲ ਪੇਂਟ ਨਹੀਂ ਕਰ ਸਕਦੇ, ਜਨਰਲਾਈਜ਼ ਨਹੀਂ ਕਰ ਸਕਦੇ। ਹੈਗੇ ਨੇ ਬੱਚੇ ਜਿਹੜੇ ਐਕਚੁਅਲ 'ਚ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ, ਬਟ ਕਿਤੇ ਨਾ ਕਿਤੇ ਜਿਹੜੀ ਇੱਥੋਂ ਦੀ ਮਾਰਕੀਟਿੰਗ ਪਲੋਇਜ਼ ਨੇ ਜਾਂ ਹੋਰ ਨੇ, ਉਹਨਾਂ ਨੇ ਸਾਰਿਆਂ ਨੇ ਇਹ ਪੋਰਟਰੇ ਕਰਤਾ ਕਿ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ। ਮੈਂ ਇੱਕ ਨਾ ਬੜੀ ਇੰਟਰਸਟਿੰਗ ਵੀਡੀਓ ਦੇਖ ਰਿਹਾ ਸੀਗਾ, ਉਹਦੇ 'ਚ ਕੀ ਸੀਗਾ ਕਿ ਇੱਥੋਂ ਦੇ ਕੋਈ ਵਲੌਗਰ ਨੇ, ਉਹਨਾਂ ਨੇ ਇਹ ਕਿਹਾ ਕਿ ਮੈਂ ਜੀ 12th ਕਰ ਲਈ ਤੇ ਸਾਡੀ ਪੜ੍ਹਾਈ ਡਨ ਹੋ ਗਈ। ਉਸ ਦੇ ਨਾਲ ਕਿਸੇ ਨੇ ਪੰਜਾਬ ਯੂਨੀਵਰਸਿਟੀ ਦੀ ਵੀਡੀਓ ਪਾਈ, 3 ਕੁੜੀਆਂ ਬੈਠੀਆਂ ਨੇ। ਪਹਿਲੀ ਨੂੰ ਪੁੱਛਿਆ, ਉਹ ਕਹਿੰਦੀ ਜੀ ਮੈਂ ਹਿਮਾਚਲ ਤੋਂ ਮੈਂ PhD ਕਰ ਰਹੀ ਹਾਂ। ਦੂਜੀ ਕਹਿੰਦੀ ਜੀ ਮੈਂ ਸ਼ਿਮਲੇ ਤੋਂ ਮੈਂ PhD ਕਰ ਰਹੀ ਹਾਂ। ਤੀਜੀ ਕਹਿੰਦੀ ਮੈਂ ਮੰਡੀ ਤੋਂ ਮੈਂ PhD ਕਰ ਰਹੀ ਹਾਂ। ਤੇ ਸਾਡੇ ਵਾਲੇ 12th ਨੂੰ ਹੀ ਮੰਨ ਗਏ ਵੀ 12th ਕਰ ਲਈ ਬਸ, ਦੈਟਸ ਦੀ ਐਂਡ ਆਫ ਦ ਸਟੋਰੀ। ਸੋ ਇਸ ਕਰਕੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਤੁਹਾਡੇ ਬੱਚੇ ਅਗਰ ਸਟੱਡੀ ਦੇ ਵਿੱਚ ਵਧੀਆ ਨੇ ਤਾਂ ਹੁਣ ਤੋਂ ਇੱਕ ਪਲਾਨ ਕਰਕੇ ਚੱਲੋ। ਤੁਸੀਂ ਇੱਕ ਜਿਹੜਾ ਇਹ ਹੁੰਦਾ ਨਾ ਪੰਜਾਬੀਆਂ ਦੀ ਮੈਂਟੈਲਿਟੀ ਕਿ ਦੇਖ ਲਾਂਗੇ, ਦੇਖੀ ਜਾਊਗਾ, ਇੱਕ ਵਾਰ ਜਵਾਕ ਨੂੰ ਪਹੁੰਚਦਾ ਕਰ ਦਈਏ, ਬਾਅਦ 'ਚ ਦੇਖਾਂਗੇ, PR ਤਾਂ ਹੋਏ ਜਾਊਗਾ। ਇਦਾਂ ਦੀ ਕੋਈ ਗੱਲ ਨਹੀਂ ਜੀ। PR ਮੈਂ ਕਹਿ ਰਿਹਾ ਕਿ ਕੈਨੇਡਾ ਦੀ ਮੁਸ਼ਕਿਲ ਹੋ ਰਹੀ ਹੈ, ਬਰੈਂਪਟਨ 'ਚ ਔਖੀ ਹੈ, ਸਾਰੇ ਕਿਤੇ ਬਹੁਤ ਜਗ੍ਹਾ ਤੇ ਔਖੀ ਹੋ ਰਹੀ ਹੈ, ਕਿਉਂਕਿ ਨੰਬਰ ਆਫ ਜਿਹੜੇ ਸਟੂਡੈਂਟਸ ਉੱਤੇ ਪਹੁੰਚ ਗਏ ਨੇ ਤੇ ਜਿਹੜਾ ਨੰਬਰ PR ਦਾ ਹੈ ਉਹਦੇ ਵਿੱਚ ਬਹੁਤ ਵੱਡਾ ਮਿਸਮੈਚ ਹੈ। ਇਸ ਕਰਕੇ ਤੁਹਾਨੂੰ ਇੱਥੋਂ ਬੈਠਿਆਂ ਨੂੰ ਸਹੀ ਡਿਸੀਜਨ ਲੈਣਾ ਪੈਣਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਕਰੋ ਕਿ ਨਿਊਫਾਊਂਡਲੈਂਡ PR ਸੌਖੀ ਹੈ, ਤੁਸੀਂ ਗਵਰਨਮੈਂਟ ਦੀ ਵੈਬਸਾਈਟ ਤੇ ਜਾਓ, ਇਹਨੂੰ ਕੰਪੇਅਰ। ਪਰ ਮੇਰਾ ਇੱਕ ਵੱਡਾ ਸਵਾਲ ਇੱਥੇ ਟੋਕ ਰਿਹਾ ਤੁਹਾਡੀ ਗੱਲ ਨੂੰ, ਇੱਕ ਪਿਓ ਜਿਹੜਾ ਕਰਜ਼ਾ ਚੱਕ ਕੇ ਬੱਚੇ ਨੂੰ ਭੇਜ ਰਿਹਾ ਹੈ, ਨਾਰਥ ਅਟਲਾਂਟਿਕ ਭੇਜ ਦਿੰਦਾ ਉਹ ਪਿਓ, ਇੰਨਾ ਕੰਮ ਹੈ ਉੱਥੇ ਪੜ੍ਹਨ ਤੋਂ ਬਾਅਦ ਵੀ ਬੱਚੇ ਕੋਲੇ ਕਿ ਉਹ ਪਿੱਛੇ ਉਹਦੀਆਂ ਫੀਸਾਂ ਤਾਰ ਜਿਹੜੀਆਂ ਜਾਂ ਉਹਦਾ ਕਰਜ਼ੇ ਦੀ ਕਿਸ਼ਤ ਜਿਹੜੀ ਉਹ ਲਾ ਸਕੇ? ਸਪਟੈਂਬਰ ਬੈਚ ਦੇ ਵਿੱਚ ਅਗਰ ਤੁਸੀਂ ਨਿਊਫਾਊਂਡ ਲੈਬਰਾਡੋਰ ਨੂੰ ਦੇਖਦੇ ਹੋ ਤਾਂ ਉਹਨਾਂ ਦਾ ਇੱਕ ਥੋੜਾ ਜਿਹਾ ਰਿਮੋਟ ਕੈਂਪਸ ਹੈਗਾ, ਹੈਪੀ ਵੈਲੀ ਗੂਜ਼ਬੇ। ਤੁਹਾਡੇ ਪਟਿਆਲੇ ਦੇ ਬੱਚੇ ਗਏ ਨੇ, ਅਜੇ ਉਹ ਪਹੁੰਚੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਜੌਬ ਮਿਲ ਗਈ ਆ ਜਾਂਦੇ ਆਂ। ਤੇ ਜੇ ਕਿਸੇ ਨੇ ਕਨਫਰਮ ਕਰਨਾ, ਅਸੀਂ ਉਹਨਾਂ ਨਾਲ ਗੱਲ ਵੀ ਕਰਾ ਦਿਆਂਗੇ, ਕਨਫਰਮ ਕਰ ਲਿਓ, ਠੀਕ ਹੈ ਜੀ। ਇਹੀ ਜੇ ਬੱਚਾ ਬਰੈਂਪਟਨ ਜਾ ਰਿਹਾ, ਉਹ ਵਿਚਾਰਾ ਤਰਲੋ ਮੱਛੀ ਹੋਇਆ ਹੋਇਆ, ਕੰਮ ਨਹੀਂ ਮਿਲ ਰਿਹਾ। ਪਿੱਛੇ ਜੇ ਆਟੇ ਦਾ ਰੌਲਾ ਪੈ ਗਿਆ ਬਹੁਤ, ਕਹਿੰਦੇ ਆਟਾ ਹੀ ਹੈ ਨਹੀਂ ਉੱਥੇ। ਬਿਲਕੁਲ ਜੀ, ਕਿਉਂਕਿ ਪਾਪੂਲੇਸ਼ਨ ਹੀ ਇੰਨੀ, ਉਹ ਸ਼ਹਿਰ ਇੰਨੇ ਪਾਪੂਲੇਸ਼ਨ ਨੂੰ ਐਂਟਰਟੇਨ ਕਰਨ ਲਈ ਬਣੇ ਨਹੀਂ। ਤੁਸੀਂ ਇਨਫਰਾਸਟ੍ਰਕਚਰ, ਉੱਥੇ ਬੱਸਿਸ ਦਾ ਹਾਲ ਵੇਖੋ, ਜਿਹੜੇ ਬੱਚੇ ਉੱਥੇ ਬੱਸ ਲੈਂਦੇ ਨੇ, ਟ੍ਰਾਂਜ਼ਿਟ ਯੂਜ਼ ਕਰਦੇ ਨੇ, ਉਹ ਤੁਹਾਨੂੰ ਦੱਸ ਦੇਣਗੇ ਵੀ ਕੁਝ ਟਾਈਮਸ ਇਦਾਂ ਦੇ ਹੁੰਦੇ ਨੇ ਕਿ ਬੱਸਿਸ ਪੂਰੀਆਂ ਭਰੀਆਂ ਹੋਈਆਂ ਨੇ। ਇੱਕ ਵੀਡੀਓ ਆਈ ਸੀ ਥੋੜੇ ਦਿਨ ਪਹਿਲਾਂ, ਮੈਂ ਦੇਖੀ ਕਿ 10-12 ਬੱਚਿਆਂ ਦਾ ਗਰੁੱਪ ਸਟੋਰ ਟੂ ਸਟੋਰ ਜਾ ਰਿਹਾ ਸੀ, ਕੰਮ ਹੈਗਾ ਜੀ। ਇਹ ਸੱਚ ਸੀਗਾ? ਇਸ ਤਰ੍ਹਾਂ ਹੋ ਰਿਹਾ ਉੱਥੇ? ਬਿਲਕੁਲ ਹੋ ਰਿਹਾ, ਕਿਉਂਕਿ ਕੰਮ ਤਾਂ ਮਿਲ ਨਹੀਂ ਰਿਹਾ। ਹੁਣ ਉੱਥੇ ਕੀ ਆ ਕਿ ਲੈਟਸ ਸੇ ਤੁਸੀਂ ਬਿਜ਼ਨਸ ਓਨਰ ਹੋ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੱਚਿਆਂ ਨੇ ਕੀ ਡਿਗਰੀ ਕਰੀ ਆ, ਕੀ ਆ, ਤੁਸੀਂ ਇਹ ਦੇਖਣਾ ਵੀ ਉਹਦਾ ਸਕਿੱਲ ਲੈਵਲ ਕੀ ਆ। ਹੁਣ ਆਪਣੇ ਵਾਲੇ ਬੱਚੇ ਸਕਿੱਲ ਲੈਵਲ ਡਿਵੈਲਪ ਕਰਨ ਦੇ ਵਿੱਚ ਨਾ ਅਨਫੋਰਚੂਨੇਟਲੀ ਬਹੁਤ ਪਿੱਛੇ ਰਹਿ ਗਏ। ਕਿਸ ਤਰ੍ਹਾਂ ਦੇ ਸਕਿੱਲ ਕਰਨੇ ਚਾਹੀਦੇ ਡਿਵੈਲਪ? ਜਿਹੜੇ ਹੈਂਡਸ ਔਨ ਹੋਣ, ਪਲੰਬਿੰਗ, ਗਾਰਡਨਿੰਗ ਦੇ ਉਹ ਹੋ ਗਏ ਜੀ। ਤੁਸੀਂ ਹੁਣ IT ਕਰਨੀ ਆ, ਤੁਹਾਡਾ ਬੱਚਾ ਇੱਥੋਂ +2 ਕਰ ਰਿਹਾ, ਆਪਾਂ ਕਹਿੰਦੇ ਆ ਜੀ IT ਕਰਨੀ ਆ,
ਬਟ ਉਹਨੂੰ ਕੋਈ ਕੋਡਿੰਗ ਨਹੀਂ ਆ ਰਹੀ, ਉਹਨੂੰ ਕੋਈ ਲੈਂਗੁਏਜਸ ਨਹੀਂ ਆ ਰਹੀਆਂ। ਬਹੁਤ ਘੱਟ ਬੱਚੇ ਨੇ, ਮੈਂ ਸਾਰੇ ਨਹੀਂ ਕਹਾਂਗਾ, ਬਟ ਬਹੁਤ ਘੱਟ ਨੇ ਜਿਹੜੇ ਐਕਸਟਰਾ ਐਫਰਟ ਲੈ ਕੇ ਕੁਝ ਕਰ ਰਹੇ ਨੇ। ਅਦਰਵਾਈਜ਼ ਤਾਂ ਉਹ ਜੋ ਸਕੂਲ 'ਚ ਪੜ੍ਹਾਇਆ ਜਾ ਰਿਹਾ ਉਹ ਆਪਣੇ ਆਪ ਨੂੰ ਉੱਥੇ ਤੱਕ ਹੀ ਲਿਮਿਟਿਡ ਰੱਖਦੇ ਨੇ। ਜਿਹੜਾ ਆਪ ਸੈਲਫ ਸਟੱਡੀ ਕਰਨੀ ਆ, ਆਪ ਐਕਸਪਲੋਰੇਸ਼ਨ ਕਰਨੀ ਆ, ਉਹ ਤਾਂ ਸਾਡੀ ਬੰਦ ਹੋਈ ਹੋਈ ਆ। ਜਿਹੜਾ ਇਹ ਹਰ ਰੋਜ਼ ਅਸੀਂ ਇਹ ਵੀ ਦੇਖ ਰਹੇ ਹਾਂ 3 ਲੱਖ 'ਚ ਜਾਓ, 2.5 ਲੱਖ 'ਚ ਜਾਓ, 4 ਬੈਂਡ, 4.5, 5, 4 ਤਾਂ ਨਹੀਂ 5, 5.5 ਬੈਂਡ ਦੇ ਵਿੱਚ ਜਾਓ, ਔਰ ਉਹ ਇਵੈਂਚੁਅਲੀ ਪਹੁੰਚ ਵੀ ਜਾਂਦੇ ਕਈ ਵਾਰੀ। ਫਿਰ ਇੱਕ ਪਾਸੇ ਉਹ ਬੈਠੇ ਨੇ ਜਿਹੜੇ 3-4 ਲੱਖ 'ਚ ਕਹਿ ਰਹੇ ਆ ਜਾਓ, ਇੱਕ ਪਾਸੇ ਅਸੀਂ ਲੋਕਾਂ ਨੂੰ ਕਹੀਏ ਕਿ ਨਾਰਥ ਅਟਲਾਂਟਿਕ ਜਾਓ। ਬੜਾ ਵੱਡਾ ਡਿਫਰੈਂਸ ਆ ਗਿਆ ਇਹਦੇ ਵਿੱਚ। ਦੇਖੋ, ਜਿਹੜੀ CNA ਦੀ ਵੀ ਇੱਕ ਸਾਲ ਦੀ ਫੀਸ ਹੈ, ਜੇ ਆਪਾਂ ਮੰਨ ਕੇ ਚੱਲੀਏ ਕਿ ਐਵਰੇਜ 10,000 ਹੈ, ਜੇ ਆਪਾਂ ਚੱਲੀਏ ਵੀ ਡਾਲਰ ਐਕਸਚੇਂਜ 60 ਹੈ ਤਾਂ 6 ਲੱਖ ਬਣਦੀ ਹੈ। ਹੁਣ ਜਿਹੜਾ ਬੰਦਾ ਤੁਹਾਨੂੰ 4 ਲੱਖ 'ਚ ਭੇਜ ਰਿਹਾ, ਪਹਿਲਾਂ ਤਾਂ ਚੈੱਕ ਕਰੋ ਵੀ ਕਾਲਜ ਕਿਹੜਾ, ਫਿਰ ਇਹ ਦੇਖੋ ਵੀ ਕਾਲਜ ਨੂੰ ਫੀਸ ਗਈ ਹੋਈ ਆ। ਜਿਹੜਾ ਡੈਪੂਟੇਸ਼ਨਸ ਦਾ ਰੌਲਾ ਪਿਆ ਜਾਂ ਹੋਰ ਪਿਆ, ਬਹੁਤ ਜਿਹੜਾ ਫਰਾਡ ਹੋ ਰਿਹਾ, ਉਹ ਇੱਥੋਂ ਇਹ ਆ ਵੀ 4 ਲੱਖ ਲੈ ਕੇ ਬੱਚਾ ਤੁਹਾਡਾ ਕੈਨੇਡਾ ਪਹੁੰਚ ਜਾਂਦਾ, ਉੱਥੇ ਜਾ ਕੇ ਦੇਖਦਾ ਵੀ ਨਾ ਤਾਂ ਮੇਰੀ ਕਾਲਜ 'ਚ ਐਡਮਿਸ਼ਨ ਹੈ, ਨਾ ਮੇਰੀ ਫੀਸ ਪੇ ਹੋਈ ਆ। ਫਿਰ ਆਪਾਂ ਰੌਲਾ ਪਾ ਲੈਂਦੇ ਹਾਂ ਜੀ ਵੀ ਬੱਚੇ ਦਾ ਫਿਊਚਰ ਖਰਾਬ ਹੋ ਗਿਆ, ਫਿਰ ਆਪਾਂ ਇੱਥੇ FIRs ਕਰਾਉਂਦੇ ਫਿਰਦੇ ਹਾਂ। ਉਹਦੇ ਨਾਲੋਂ ਪਹਿਲਾਂ ਹੀ ਰਿਸਰਚ ਕਰ ਲਓ। ਤੁਹਾਨੂੰ ਮੈਂ ਕਹਤਾ ਜੀ ਵੀ ਮੈਂ 4 ਲੱਖ 'ਚ ਬੱਚਾ ਭੇਜ ਰਿਹਾ, ਲਿਆਓ ਜੀ ਕਾਲਜ ਦੱਸੋ ਕਿਹੜਾ, ਪਤਾ ਲੱਗ ਗਿਆ ਜੀ ਵੀ ਲੈਟਸ ਸੇ ਫੋਰ ਐਗਜ਼ਾਮਪਲ ਕਾਲਜ ABC ਹੈ, ਉਹਦੀ ਵੈਬਸਾਈਟ ਤੇ ਜਾ ਕੇ ਫੀਸ ਦੇਖ ਲਓ। ਉਹਨੂੰ ਤਾਂ 2 ਮਿੰਟ ਹੀ ਲੱਗਣੇ ਨੇ ਨਾ। ਉਹ ਤਾਂ ਆਪਾਂ ਰਿਸਰਚ ਇੰਨੀ ਕੁ ਤਾਂ ਕਰ ਹੀ ਸਕਦੇ ਹਾਂ, ਬਟ ਉਹ ਅਸੀਂ ਕਰਨੀ ਨਹੀਂ। ਅਸੀਂ ਕਹਿੰਦੇ ਹਾਂ, ਪਰ ਮੈਨੂੰ ਲੱਗਦਾ ਲੋਕ ਇੰਨਾ ਵੀ ਨਹੀਂ ਕਰਦੇ, ਬਿਲਕੁਲ ਨਹੀਂ ਕਰ ਰਹੇ। ਸਿਰਫ ਇੱਕ ਸਰੈਂਡਰ ਕਰ ਦਿੰਦੇ ਏਜੰਟ ਦੇ ਅੱਗੇ ਜਾ ਕੇ ਵੀ ਆ ਲਓ। ਹਾਂ, ਐਂਡ ਦੈਟ ਇਜ਼, ਤੁਹਾਨੂੰ ਕੋਈ ਸਵਾਲ ਕਰੇ ਜਵਾਬ ਦਿੰਦੇ ਹੋ? ਜੇ ਕੋਈ ਆਵੇ, ਜੇ ਮੈਂ ਕਹਾਂ ਮੇਰੇ ਬੱਚੇ ਦਾ ਕੋਰਸ ਦੱਸੋ ਕਿਹੜਾ ਹੈ, ਮੈਂ ਤਾਂ ਇਸ ਕੋਰਸ 'ਚ ਹੀ ਲੈਣਾ ਹੈ ਐਡਮਿਸ਼ਨ। ਜਦੋਂ ਤੁਸੀਂ ਐਡਮਿਸ਼ਨ ਹੁਣ ਅਫੇਅਰਸ ਦੇ ਜਾਂ ਤੁਸੀਂ ਆਪਦੀ ਮਰਜ਼ੀ ਨਾਲ ਕਹਿੰਦੇ ਹੋ ਕਿ ਫਾਈਲ ਦੇ ਦਿਓ, ਕੋਰਸ ਅਸੀਂ ਆਪੇ ਦੱਸ ਦਿਆਂਗੇ ਤੁਹਾਨੂੰ ਕਿਹੜਾ ਦੇਣਾ। ਨਹੀਂ, ਬਿਕੋਜ਼ ਯੂ ਕੈਨ ਨੈਵਰ ਫਿਟ ਅ ਰਾਊਂਡ ਹੋਲ, ਸਕੁਅਰ ਪੈਗ ਇਨ ਅ ਰਾਊਂਡ ਹੋਲ। ਮੈਂ ਇਹ ਮੰਨਦਾ, ਫਿਊਚਰ ਤੁਹਾਡੇ ਬੱਚੇ ਦਾ, ਪੈਸੇ ਤੁਹਾਡੇ। ਮੈਂ ਕੌਣ ਹੁੰਦਾ ਡਿਸੀਜਨ ਲੈਣ ਵਾਲਾ? ਮੈਂ ਤੁਹਾਨੂੰ ਆਪਸ਼ਨਸ ਦੇ ਸਕਦਾ, ਗਾਈਡ ਕਰ ਸਕਦਾ, ਬਟ ਅਲਟੀਮੇਟਲੀ ਡਿਸੀਜਨ ਤੁਹਾਡਾ ਹੋਣਾ ਚਾਹੀਦਾ। ਬਟ ਇੱਥੇ ਹੋਲਟ ਰਿਹਾ, ਇੱਥੇ ਡਿਸੀਜਨ ਤੁਸੀਂ ਤਾਂ ਲੈ ਹੀ ਨਹੀਂ ਰਹੇ। ਤੁਸੀਂ ਤਾਂ ਕੰਸਲਟੈਂਟ ਨੂੰ ਕਹਿ ਰਹੇ ਹੋ ਵੀ ਤੂੰ ਮੇਰੇ ਬੱਚੇ ਲਈ ਬੈਸਟ ਦੇਖ ਲਾ। ਮੇਰਾ ਅਗਰ ਪ੍ਰਾਈਵੇਟ ਬਿਜ਼ਨਸ ਹੈ, ਉਸ ਦਾ ਕੋਈ ਇੰਟਰਸਟ ਨਹੀਂ ਹੈ ਕਿ ਤੁਹਾਡੇ ਬੱਚੇ ਲਈ ਕੀ ਬੈਸਟ ਹੈ। ਮੈਂ ਬਾਰ-ਬਾਰ ਇਹ ਕਹਿ ਰਿਹਾ, ਉਹਦਾ ਇੰਟਰਸਟ ਸਿਰਫ ਇਹ ਆ ਕਿ ਮੈਨੂੰ ਮੋਨਿਟਰੀ ਗੇਨਸ ਕਿੱਥੋਂ ਵੱਧ ਤੋਂ ਵੱਧ ਹੋ ਰਹੇ ਨੇ। ਮੈਂ ਇੱਥੇ ਦੇਖ ਰਿਹਾ ਕਿ ਇੰਨੇ ਕੰਸਲਟੈਂਟਸ ਨੇ, ਉਹਨਾਂ ਦੇ ਵਿੱਚੋਂ ਬਹੁਤ ਨੇ ਜਿਹੜੇ ਪ੍ਰਾਈਵੇਟ ਕਾਲਜ ਭੇਜ ਰਹੇ ਨੇ। ਪ੍ਰਾਈਵੇਟ ਕਾਲਜ ਤਾਂ ਦੇਖੋ, ਕੈਨੇਡੀਅਨ ਜਿਹੜੇ ਉੱਥੋਂ ਦੇ ਬੋਰਨ ਐਂਡ ਬ੍ਰੌਟ ਅਪ ਬੱਚੇ ਨੇ, ਉਹ ਪ੍ਰਾਈਵੇਟ ਕਾਲਜ ਨਹੀਂ ਜਾ ਰਹੇ। ਜੇ ਪ੍ਰਾਈਵੇਟ ਕਾਲਜ ਇੰਨਾ ਹੀ ਵਧੀਆ ਹੋਵੇ, ਉਹ ਕਿਉਂ ਨਾ ਜਾਣ? ਜੇ ਪ੍ਰਾਈਵੇਟ ਯੂਨੀਵਰਸਿਟੀ ਉੱਥੋਂ ਦੀ ਇੰਨੀ ਵਧੀਆ ਹੋਵੇ, ਤਾਂ ਕੈਨੇਡੀਅਨਸ ਕਿਉਂ ਨਾ ਉੱਥੇ ਸਟੱਡੀ ਕਰਨ? ਨਹੀਂ ਕਰਦੇ ਹੋ? ਨਹੀਂ ਕਰ ਰਹੇ। ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ? ਨਹੀਂ, ਇਦਾਂ ਦਾ ਕੁਝ ਨਹੀਂ ਹੈ ਜੀ। ਬੱਚੇ ਨੇ ਆਪ ਦੀ ਫੀਸ ਆਪਦੇ ਅਕਾਊਂਟ 'ਚੋਂ ਡਾਇਰੈਕਟ ਕਾਲਜ ਭੇਜਣੀ ਹੈ, GIC ਆਪ ਦੀ ਡਾਇਰੈਕਟ ਕਰਾਉਣੀ ਹੈ, ਜਿਹੜੀ ਸਾਡੀ ਫੀਸ ਆ ਪ੍ਰੋਸੈਸਿੰਗ ਫੀਸ ਉਹ ਉਹਨੇ ਦੇਣੀ ਹੈ। ਕੋਈ ਆਫਟਰ ਵੀਜ਼ਾ ਨਹੀਂ, ਕੋਈ ਕੁਝ ਨਹੀਂ। ਮੇਰਾ ਇੱਕ ਪ੍ਰਾਈਵੇਟ ਬਿਜ਼ਨਸ ਹੈ, ਆਈ ਐਮ ਨਾਟ ਫॉर ਪ੍ਰੋਫਿਟ। ਉਹਦੇ ਵਿੱਚ ਜਿਹੜੀ ਮੈਨੂੰ ਫੀਸ ਜਿਹੜੀ ਮੇਰੀ ਬਣਦੀ ਹੈ, ਉਹ ਮੈਂ ਤੁਹਾਡੇ ਬੱਚੇ ਤੋਂ ਲੈਣੀ ਹੈ। ਐਵੇਂ ਫਾਲਸ ਪ੍ਰੋਮਿਸ, ਟ੍ਰਾਂਸਪੇਰੈਂਸੀ ਹੈ ਪੂਰੀ ਇਸ ਗੱਲ ਦੀ, ਪੂਰੀ ਟ੍ਰਾਂਸਪੇਰੈਂਸੀ ਹੈ ਜੀ। ਜਿਵੇਂ 15-17 ਲੱਖ 18-20 ਲੱਖ ਵੀ ਲਈ ਜਾਂਦੇ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ 20 ਲੱਖ ਰੁਪਇਆ ਦਿਓ ਤੇ ਤੁਹਾਡਾ ਬੱਚਾ ਉੱਥੇ ਪਹੁੰਚਾ ਦੇਵਾਂਗੇ। ਤੇ ਫਿਰ ਇਹੀ ਹੁੰਦਾ ਨਾ, ਜਦੋਂ ਪਹੁੰਚਦੇ ਨੇ 20 ਲੱਖ ਲਾ ਕੇ ਤੇ ਕਾਲਜ ਕਹਿ ਦਿੰਦੇ ਤੁਸੀਂ ਸਾਡੇ ਕੋਲ ਹੈ ਹੀ ਨਹੀਂ। ਫਿਰ ਅਸੀਂ ਰੌਲਾ ਪਾਉਂਦੇ ਫਿਰਦੇ ਹਾਂ ਵੀ ਸਾਡਾ ਤਾਂ 20 ਲੱਖ ਵੀ ਡੁੱਬ ਗਿਆ। ਹੁਣ ਇੱਕ ਪ੍ਰਾਈਵੇਟ ਇਨਵੈਸਟਰਸ ਨੇ ਜਿਹੜੇ, ਉਹ ਤੁਹਾਨੂੰ ਵੀ ਪਤਾ, ਲਾਸਟ ਟਾਈਮ ਵੀ ਆਪਾਂ ਗੱਲ ਕਰੀ ਸੀ ਕਿ ਪ੍ਰਾਈਵੇਟ ਇਨਵੈਸਟਰਸ ਐਜੂਕੇਸ਼ਨ 'ਚ ਇਨਵੋਲਵਡ ਹੋ ਗਏ ਨੇ। ਬੱਚਾ ਤੁਹਾਡਾ ਭੇਜਣਾ ਤੁਸੀਂ, ਫਿਊਚਰ ਉਹਦਾ ਬਣ ਰਿਹਾ, ਤੁਹਾਡੀਆਂ ਫਿਊਚਰ ਜਨਰੇਸ਼ਨਸ ਦਾ ਬਣ ਰਿਹਾ। ਇੱਕ ਥਰਡ ਪਾਰਟੀ ਕਿਉਂ ਤੁਹਾਡੇ ਤੇ ਪੈਸਾ ਇਨਵੈਸਟ ਕਰੂਗੀ? ਇੱਥੇ ਤਾਂ ਕੋਈ ਰੁਪਈਆ ਨਹੀਂ ਇਨਵੈਸਟ ਕਰਦਾ। ਅਸੀਂ ਇਹ ਕਹਿ ਰਹੇ ਹਾਂ, ਇੱਕ ਥਰਡ ਪਾਰਟੀ ਤੁਹਾਡੇ ਬੱਚੇ ਦੀ ਕਾਲਜ ਦੀ ਫੀਸ ਪੇ ਕਰੇ, GIC ਫੀਸ ਪੇ ਕਰੇ, ਵੀਜ਼ਾ ਪ੍ਰੋਸੈਸਿੰਗ ਚਾਰजेस ਫੀਸ ਪੇ ਕਰੇ, ਤੇ ਉਸ ਤੋਂ ਬਾਅਦ ਤੁਸੀਂ ਜਦੋਂ ਵੀਜ਼ਾ ਲੱਗ ਗਿਆ ਤਾਂ ਤੁਸੀਂ ਉਹਨੂੰ ਫੀਸ ਦਿਓਗੇ। ਕੱਲ੍ਹ ਨੂੰ ਕਿਸੇ ਨੂੰ ਹਾਰਟ ਅਟੈਕ ਆ ਜਾਵੇ, ਉਹ ਕਿਹੜਾ ਡਾਕਟਰ, ਆਪਾਂ ਪਟਿਆਲੇ ਚੰਡੀਗੜ੍ਹ ਘੁੰਮ ਲੈਂਦੇ ਆ, ਮੇਰਾ ਖਿਆਲ ਆਪਾਂ ਨੂੰ ਕੋਈ ਲੱਭੂਗਾ ਨਹੀਂ ਜਿਹੜਾ ਕਹੂਗਾ ਜੀ ਮੈਂ ਬਾਈਪਾਸ ਸਰਜਰੀ ਤਾਂ ਕਰ ਦਿੰਦਾ, ਜੇ ਪੇਸ਼ੈਂਟ ਬਚ ਗਿਆ ਮੈਨੂੰ ਪੈਸੇ ਉਦੋਂ ਦੇ ਦਿਓ। ਕੋਈ ਨਹੀਂ ਕਰ ਰਿਹਾ ਨਾ, ਅਗਲੇ ਨੇ ਤਾਂ ਆਪਦਾ ਕੰਮ ਕਰਤਾ, ਡਾਕਟਰ ਟਰਾਈਡ ਹਿਸ ਬੈਸਟ। ਬਿਲਕੁਲ। ਸੋ ਜਦੋਂ ਹੁਣ ਪੈਕੇਜ ਸਿਸਟਮ ਵਾਲਾ ਬੱਚਾ ਜਾ ਰਿਹਾ, ਉਹਦੇ ਵਿੱਚ ਫੀਸ ਨਹੀਂ ਪੇ ਹੋ ਰਹੀ, GICs ਨਹੀਂ ਪੇ ਹੋ ਰਹੀਆਂ, ਕਿਉਂਕਿ ਉਹਨਾਂ ਨੇ ਤਾਂ ਆਪਦੀ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਹੈ ਉਹ ਮੈਕਸਿਮਾਈਜ਼ ਕਰਨੀ ਹੈ। ਬਿਲਕੁਲ। ਤੁਹਾਨੂੰ ਇਹ ਕਹਿ ਕੇ ਭੇਜਤਾ ਵੀ ਤੁਸੀਂ ਪਹੁੰਚ ਜਾਓ, ਤੇ ਜਿੱਦਣ ਬੱਚਾ ਪਹੁੰਚ ਜਾਂਦਾ ਉਹਨੂੰ ਨਾਲ ਦੀ ਨਾਲ ਮੈਸੇਜ ਆ ਜਾਂਦਾ ਵੀ ਕਾਲਜ ਨਾ ਜਾਈਂ, ਤੂੰ ਹੁਣ ਕਾਲਜ ਚੇਂਜ ਕਰ ਲਾ। ਪੇਰੈਂਟਸ ਨੂੰ ਕਹਿ ਦਿੱਤਾ ਜਾਂਦਾ ਜਦੋਂ ਉਹ ਸਵਾਲ ਪੁੱਛਦੇ ਨੇ ਵੀ ਤੁਸੀਂ ਤਾਂ ਜੀ ਆਹ ਲੈ ਲਿਆ, ਤੁਹਾਡਾ ਬੱਚਾ ਪਹੁੰਚ ਗਿਆ ਨਾ ਜੀ, ਬਸ ਗੱਲ ਮੁਕਾਓ। ਬਿਲਕੁਲ। ਤਾਂ ਬਹੁਤ ਵੱਡੇ ਸਵਾਲ ਅੱਜ ਜਿਹੜੇ ਅਸੀਂ ਕੀਤੇ ਨੇ ਬਰਨ ਸਾਹਿਬ ਨੂੰ, ਔਰ ਇਹਦੇ ਜਵਾਬ ਨੇ। ਆਖਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਗੱਲ ਰੱਖਣੀ ਚਾਹੁੰਦੇ ਹੋ ਤਾਂ? ਮੈਂ ਇਹ ਕਹਿਣਾ ਜੀ ਕਿ ਕਾਲਜ ਆਫ ਦ ਨਾਰਥ ਅਟਲਾਂਟਿਕ ਤੁਸੀਂ ਕੰਪੇਅਰ ਕਰੋ ਬਾਕੀ ਕਾਲਜਸ ਦੇ ਨਾਲ, ਤੁਸੀਂ ਵੀ ਇਸੇ ਨਤੀਜੇ ਤੇ ਪਹੁੰਚੋਗੇ ਕਿ ਇਹ ਬਹੁਤ ਵਧੀਆ ਕਾਲਜ ਹੈ। ਟਿਊਸ਼ਨ ਫੀਸ ਘੱਟ ਹੈ, PR ਸੌਖੀ ਹੈ, ਬੱਚਿਆਂ ਨੂੰ ਆਫ ਕੈਂਪਸ ਕੰਮ ਵੀ ਮਿਲ ਰਿਹਾ, ਤੇ ਬਾਅਦ ਦੇ ਵਿੱਚ ਕਰੀਅਰ ਵੀ ਵਧੀਆ ਬਣ ਰਿਹਾ। ਇਹਨਾਂ ਦੇ
ਇੰਟਰਨੈਸ਼ਨਲ ਜਿਹੜਾ ਇਹਨਾਂ ਦਾ ਸੈਂਟਰ ਹੈ ਉਹਦੇ EMPLOYEES ਆ ਰਹੇ ਨੇ, ਫੇਅਰਸ ਹੋਣ ਜਾ ਰਹੇ ਨੇ ਜੰਮੂ, ਪੰਜਾਬ ਐਂਡ ਹਰਿਆਣਾ ਦੇ ਵਿੱਚ। ਹੁਣ ਤੁਸੀਂ ਆਓ, ਆਪਦੇ ਬੱਚੇ ਨੂੰ ਲੈ ਕੇ ਆਓ, ਜਿਹੜਾ ਵੀ ਤੁਹਾਨੂੰ ਕੋਈ ਕੁਐਸਚਨਸ ਨੇ ਆਪਦੇ ਆ ਕੇ ਬੇਝਿਜਕ ਹੋ ਕੇ ਉਹਨਾਂ ਨੂੰ ਪੁੱਛੋ। ਜੇ ਸੈਟਿਸਫੈਕਟਰੀਲੀ ਉਹ ਆਨਸਰ ਹੁੰਦੇ ਨੇ, ਤੁਸੀਂ ਸੈਟਿਸਫਾਈ ਹੁੰਦੇ ਹੋ, ਉਸ ਤੋਂ ਬਾਅਦ ਐਡਮਿਸ਼ਨ ਫਾਰਮ ਫਿਲ ਕਰੋ, ਅਦਰਵਾਈਜ਼ ਆਪਾਂ ਨਾ ਕਰੀਏ। ਬਹੁਤ ਧੰਨਵਾਦ, ਸਾਨੂੰ ਸਮਾਂ ਦਿੱਤਾ, ਤੁਸੀਂ ਸਟੂਡੀਓ ਆਏ। ਸੋ ਬਹੁਤ ਗੱਲਾਂ ਨੇ, ਕੱਲਾ ਬਰੈਂਪਟਨ ਕੈਨੇਡਾ ਨਹੀਂ ਹੈ। ਔਰ ਜੇ ਕੋਈ ਮੁਸ਼ਕਲ ਹਾਲਾਤ ਆ ਰਿਹਾ ਹੈ ਤਾਂ ਉਹਦਾ ਆਲਟਰਨੇਟ ਦੇਖਣਾ ਚਾਹੀਦਾ। ਪੜ੍ਹਨ ਖਾਤਰ ਜਾਓ, ਜਦੋਂ ਇਸ ਥਾਟ ਨਾਲ ਜਾਓਗੇ ਕਿ ਪੜ੍ਹਾਈ ਕਰਨੀ ਹੈ, ਵਾਈਟ ਕਾਲਰ ਜੌਬਸ ਲੈਣੀਆਂ, ਉੱਥੋਂ ਦੇ ਸਿਸਟਮ 'ਚ ਜਾ ਕੇ ਫਿੱਟ ਹੋਣਾ ਹੈ, ਤਾਂ ਹੋਰ ਬਿਹਤਰ ਜ਼ਿੰਦਗੀ ਉੱਥੇ ਜਾ ਕੇ ਬਣ ਸਕਦੀ ਹੈ। ਕੈਨੇਡਾ ਬਦਨਾਮ ਕਰ ਦਿੱਤਾ ਗਿਆ, ਹਾਲਾਤ ਬਦਨਾਮੀ ਵੱਲ ਕੀਤੇ ਗਏ, ਪਰ ਇਸ ਨੂੰ ਹੋਰ ਬਿਹਤਰ ਉਸ ਬਹੁਤ ਪਿਆਰੇ ਸੋਹਣੇ ਮੁਲਕ ਨੂੰ ਅਸੀਂ ਉਹਦੀ ਇਮੇਜ ਨੂੰ ਗੁੱਡ ਬਿਲਡਿੰਗ ਦੇ ਵੱਲ ਲੈ ਕੇ ਜਾਈਏ। ਇਸ ਪੇਸ਼ਕਸ਼ 'ਚ ਇਜਾਜ਼ਤ ਦਿਓ। ਧੰਨਵਾਦ।